5 ਵਾਰ ਬੈਠ ਕੇ ਵੀ ਕੇਂਦਰ ਦੀ ਸਰਕਾਰ ਮੰਨਦੀ ਨਹੀਂ। ਤੁਹਾਡੇ ਕੀ ਖਿਆਲ ਆ ਵੀ ਮੋਦੀ ਤੇ ਸ਼ਾਹ ਦੀ ਜੋੜੀ ਆ ਜਿਹੜੀ ਉਹ ਕੀ ਕਾਰਨ ਆ ਵੀ ਉਹਨਾਂ ਦੇ ਵਿੱਚ ਕੋਈ ਹੈ ਹੀ ਨਹੀਂ ਝੁਕਣ ਵਾਲੀ ਗੱਲ? ਇਸ ਵਾਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਪ੍ਰੋਟੈਸਟ ਤੋਂ ਹਟ ਜਾਣਗੇ, ਪਰ ਅਸੀਂ ਬਹੁਤ ਹੀ ਪੇਸ਼ੈਂਸ ਦੇ ਨਾਲ, ਬਹੁਤ ਹੀ ਪੀਸਫੁਲ ਢੰਗ ਦੇ ਨਾਲ ਲੱਗੇ ਹੋਏ ਆ ਤੇ ਅਸੀਂ ਲੱਗੇ ਰਹਾਂਗੇ। ਤੁਸੀਂ ਵੀ ਕਲਾਕਾਰ ਹੋ, ਇੱਕ ਉਹ ਕਲਾਕਾਰ ਆ ਬੀਬੀ ਕੰਗਣਾ ਰਣੌਤ, ਉਹਨੇ ਕੁੰਡਲ ਜੇ ਪਾ ਕੇ ਜਿਹੜੀਆਂ ਗੱਲਾਂ ਕਹੀਆਂ ਉਹ ਮਨ ਨੂੰ ਚੁਭਦੀਆਂ, ਉਹ ਅੰਦਰੇ ਨੂੰ ਚੀਰ ਗਈਆਂ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਆਦਤ ਰਹੀ ਹੈ ਕਿ ਬਿਨਾਂ ਲੌਜਿਕ ਤੋਂ ਕੁਝ ਵੀ ਟਵੀਟ ਕਰਨਾ, ਬਿਨਾਂ ਜਾਣਿਆ ਪਛਾਣਿਆ, ਮਤਲਬ ਕੁਝ ਵੀ ਬੋਲ ਦੇਣਾ। ਤੋਂ ਲੱਗਦਾ ਵੀ ਉਹਨੇ ਜਿਹੜੀਆਂ ਗੱਲਾਂ ਕਹੀਆਂ ਨੇ ਔਰ ਜਿਸ ਮੌਕੇ ਤੇ ਕਹੀਆਂ ਨੇ ਉਹਨੂੰ ਕਹਿਣੀਆਂ ਚਾਹੀਦੀਆਂ ਸੀ। ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਜਿਸ ਚੀਜ਼ ਦਾ ਪਤਾ ਹੀ ਨਹੀਂ ਹੈਗਾ, ਤੁਹਾਨੂੰ ਇਲਮ ਹੀ ਨਹੀਂ ਹੈਗਾ, ਉਹਦੇ ਬਾਰੇ ਤੁਸੀਂ ਬੋਲੋ ਹੀ ਨਾ। ਆਮੋ ਸਾਹਮਣੇ ਟੱਕਰਾ ਹੋ ਜਾਏ ਤਾਂ ਸਵਾਲ ਕਰੋਗੇ, ਪੁੱਛੋਗੇ ਵੀ ਆਹ ਕੀ ਗੱਲ ਕੀਤੀ। ਮੈਂ ਤਾਂ ਲਾਨ ਤਾਂ ਹੀ ਪਾਉਂਗੀ ਵੀ ਦੁਰ ਫਿਟੇ ਮੂੰਹ ਤੇਰਾ। ਤੁਹਾਨੂੰ ਲੱਗਦਾ ਵੀ ਜਿਹੜਾ ਉਹਦਾ ਗਾਣਿਆਂ ਦੇ ਵਿੱਚ 2.5 ਮਿੰਟ ਦੇ ਗਾਣੇ 'ਚ ਹੱਕ ਲੈਣਾ ਤੇ ਇੱਥੇ ਜ਼ਮੀਨੀ ਪੱਧਰ ਦੇ ਉੱਤੇ ਹੱਕ ਲੈਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ? ਉਹ ਗੱਲਾਂ ਨੇ, ਹਾਂ, ਇਹ ਕੰਮ ਹੋ ਰਿਹਾ ਅਸਲੀ। ਜਿਹੜੇ ਲੋਕ ਹਮੇਸ਼ਾ ਸਾਨੂੰ ਵੋਟਾਂ ਦੇ ਨਾਂ ਦੇ ਉੱਪਰ, ਰਾਜਨੀਤੀ ਦੇ ਨਾਂ ਦੇ ਉੱਪਰ ਵੰਡਣਾ ਚਾਹੁੰਦੇ ਰਹੇ ਨੇ ਔਰ ਵੰਡਦੇ ਵੀ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? हमारी मोहब्बत, हमारी एकता, हमारा धर्म, हमारी एकता को वो नहीं मिटा सकते, चाहे वो कुछ भी कर ले। ਤੁਸੀਂ ਉਹ ਲਿਖਿਆ ਹੈਗਾ ਆਪਣੇ ਟਰੈਕਟਰ ਦੇ ਉੱਤੇ ਕਿ ਗੋਦੀ ਮੀਡੀਆ ਇਜ਼ ਨਾਟ ਅਲਾਉਡ ਹੇਅਰ, ਵੀ ਇੱਥੇ ਸਖਤ ਮਨਾ। ਤੇ ਕੀ ਇੰਨੇ ਤੁਹਾਡੇ ਵਿਚਾਰ ਆ ਵੀ ਇੰਨੇ ਕਿਉਂ ਤੁਹਾਡੀ ਮਾਨਸਿਕ ਤੌਰ ਦੇ ਉੱਤੇ ਇੰਨੀ ਦੂਰੀ ਕਾਹਤੋਂ ਬਣ ਗਈ ਆ? ਮੋਦੀ ਜਦੋਂ ਮਿਨਿਸਟਰਾਂ ਨੂੰ ਸੱਦ ਕੇ ਭੋਜਨ ਛਕਾਉਂਦਾ ਤੇ ਉਸ ਡਾਈਨਿੰਗ ਟੇਬਲ ਤੇ ਪਿਆ ਇੱਕ ਇੱਕ ਕਣਕਾ ਜਿਹੜਾ ਅਨਾਜ ਦਾ, ਉਹ ਇਹਨਾਂ ਲੋਕਾਂ ਦਾ ਪੈਦਾ ਕੀਤਾ। ਜਿਹੜਾ ਉਸ ਕਿਰਤ ਦੀ ਕਦਰ ਨਹੀਂ ਕਰਦਾ, ਉਹਦੇ ਨਾਲ ਸਾਡਾ ਕੀ ਰਿਸ਼ਤਾ? ਮੇਰਾ ਜੀਵੇ ਡੋਲਾ ਤੂੰ ਨਾ ਜਾਣੇ ਜਨੂਨਾਂ ਨੂੰ, ਓਏ ਅੱਗੇ ਲਾ ਕੇ ਸੇਕ ਲਵਾਂਗੇ ਤੇਰੇ ਕਾਲੇ ਕਾਨੂੰਨਾਂ ਨੂੰ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ। ਸਤਿ ਸ਼੍ਰੀ ਅਕਾਲ ਜੀ। ਅਸੀਂ ਜੀ ਇਸ ਵਕਤ ਸਾਰੇ ਜਾਣਦੇ, ਸਾਡੇ ਦਰਸ਼ਕ ਆ ਜਿਹੜੇ ਵੀ ਕੁੰਡਲੀ ਬਾਰਡਰ ਦੇ ਉੱਤੇ ਅਸੀਂ ਖੜੇ ਹੋਏ ਆ। ਹਰ ਰੋਜ਼ ਅਸੀਂ ਇੱਥੋਂ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰ ਰਹੇ ਆ ਤੇ ਇਸ ਵਕਤ ਅਸੀਂ ਅੱਜ ਵੱਖ-ਵੱਖ ਸਟਾਲਾਂ ਦੀ, ਵੀ ਕਿਤੇ ਕੋਈ ਲੰਗਰ ਤਾਂ ਚਲੋ ਵੱਖ-ਵੱਖ ਥਾਵਾਂ ਤੇ ਬਹੁਤ ਸਾਰੇ ਚੱਲ ਰਹੇ ਆ, ਕਿਤੇ ਦਵਾਈਆਂ ਦਾ ਲੰਗਰ ਲੱਗਾ ਹੋਇਆ, ਕਿਤੇ ਕਿਤਾਬਾਂ ਦਾ ਲੰਗਰ ਹੋਇਆ, ਕਿਸੇ ਥਾਂ ਦੇ ਉੱਤੇ ਕੱਪੜਿਆਂ ਦਾ ਲੰਗਰ ਲਾਇਆ ਗਿਆ, ਕਿਸੇ ਦਾ ਤੇ ਜੁਰਾਬਾਂ ਦਾ, ਬਨੈਣਾ ਦਾ, ਨਿਕਰਾਂ ਦਾ, ਵੱਖ-ਵੱਖ ਚੀਜ਼ਾਂ ਦੇ ਲੰਗਰ ਲੱਗੇ ਹੋਏ ਆ। ਸੋ ਅਸੀਂ ਇਸ ਵਕਤ ਖਾਲਸਾ ਏਡ ਦੇ ਕੇਂਦਰ ਦੇ ਵਿੱਚ ਖੜੇ ਆ, ਯਾਨੀ ਕਿ ਖਾਲਸਾ ਏਡ ਦੀ ਸਟਾਲ ਦੇ ਉੱਤੇ ਖੜੇ ਆ। ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰ ਘੁਮਾ ਕੇ ਸਾਰੇ ਲੋਕਾਂ ਨੂੰ ਦਿਖਾ ਦਿਓ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ, ਕੈਮਰਾ ਉੱਚਾ ਕਰਕੇ ਦਿਖਾ ਦਿਓ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਇਹ ਆਪ ਮੁਹਾਰੇ ਜੁੜ ਰਹੇ ਆ, ਇਹ ਲਗਾਤਾਰ ਜੁੜ ਰਹੇ ਆ। ਇਹਨਾਂ ਲੋਕਾਂ ਦੇ ਵਿੱਚ ਇੱਕ ਜਜ਼ਬਾ, ਇਹਨਾਂ ਲੋਕਾਂ ਦੇ ਵਿੱਚ ਇੱਕ ਹਰਮਨ ਜੀ ਇਹੋ ਜਿਹੀ ਖਿੱਚ ਆ ਵੀ ਅਸੀਂ ਕੁਝ ਨਾ ਕੁਝ ਕਰਕੇ ਮੁੜਨਾ। ਅਸੀਂ ਮੋਦੀ ਤੇ ਸ਼ਾਹ ਦੇ ਅੱਗੇ ਝੁਕਣ ਵਾਲੇ ਨਹੀਂ ਆ, ਰੁਕਣ ਵਾਲੇ ਨਹੀਂ ਆ। ਕਲਾਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ, ਖਾਲਸਾ ਏਡ ਦੇ ਇਸ ਕੇਂਦਰ ਦੇ ਉੱਤੇ ਸੇਵਾ ਕਰ ਰਹੇ ਆ। ਨਾਲ ਸਾਡੇ ਨੇ ਇਹ ਕਮਲ ਬੋਪਾ ਰਾਏ ਨੇ ਤੇ ਨਾਲ ਉਹਨਾਂ ਦੇ ਸਚਨ ਅਹੂਜਾ ਨੇ, ਜਿਹੜਾ ਸੰਗੀਤਕਾਰੀ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ। ਤੇ ਹੁਣੇ ਅਸੀਂ ਤੁਹਾਡੀ ਨਿਮਰਤ ਖਹਿਰਾ ਨਾਲ ਵੀ ਗੱਲਬਾਤ ਕਰਵਾਵਾਂਗੇ। ਕਮਲ ਬਾਈ ਜੀ, ਤੁਹਾਡੇ ਅਸੀਂ ਕੰਮ ਦੇ ਵਿੱਚ ਵਿਘਨ ਪਾ ਰਹੇ ਆ, ਮਾਫੀ ਚਾਹੁੰਦੇ ਆ। ਕੀ ਮਹਿਸੂਸ ਕਰਦੇ ਹੋ? ਅਦਾਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਜੁਟੇ ਹੋਏ ਹੋ, ਬਹੁਤ ਸਾਰੇ ਕਲਾਕਾਰਾਂ ਨੂੰ ਪੇਸ਼ ਕਰਦੇ ਹੋ, ਪਰ ਅੱਜ ਇੱਥੇ ਬਿਲਕੁਲ ਜ਼ਮੀਨੀ ਪੱਧਰ ਦੇ ਉੱਤੇ ਜੁੜ ਕੇ ਕੀ ਅਹਿਸਾਸ ਹੁੰਦਾ? ਟੈਣਾ ਸਾਹਿਬ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਕਿ ਅੱਜ ਸਾਨੂੰ ਪਰਮਾਤਮਾ ਨੇ ਮੌਕਾ ਦਿੱਤਾ ਕਿ ਅਸੀਂ ਇਹਨਾਂ ਸਾਰੇ ਲੋਕਾਂ ਦੀ ਸੇਵਾ ਕਰੀਏ ਔਰ ਇਹਨਾਂ ਸਾਰੇ ਕਿਸਾਨਾਂ ਦੇ, ਇਹਨਾਂ ਦੇ ਚਰਨਾਂ ਦੇ ਵਿੱਚ ਨਮਨ ਹੈ ਕਿ ਇਹਨਾਂ ਨੇ ਐਡਾ ਵੱਡਾ ਸੰਘਰਸ਼ ਵਿੱਢਿਆ ਪਿਆ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਅੱਜ ਇੱਕ ਨੇ। ਅੱਜ ਸਾਰੇ ਗੁੱਸੇ ਗਿਲੇ ਦੂਰ ਸ਼ਿਕਵੇ ਮਿਟਾ ਕੇ ਪਿੰਡਾਂ ਦੇ ਵਿੱਚ ਜੋ ਵੀ ਮਾੜਾ ਮੋਟਾ ਮਨ ਖਟਾਸ ਸੀ ਸਾਰਾ ਮਿਟਾ ਕੇ ਸਾਰਾ ਪੰਜਾਬ ਤੁਹਾਨੂੰ ਇੱਕ ਨਜ਼ਰ ਆਉਂਦਾ ਜੀ। ਅਸੀਂ ਪੱਤਰਕਾਰ ਦਾ ਹਰ ਰੋਜ਼ ਇਹ ਗੱਲ ਜਿਹੜੀ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਜੋਸ਼ ਉਵੇਂ ਦਾ ਉਵੇਂ ਹੀ ਹੈ, ਪਰ ਤੁਸੀਂ ਇਸ ਜੋਸ਼ ਬਾਰੇ ਕੀ ਕਹੋਗੇ? ਤੁਹਾਨੂੰ ਕੀ ਲੱਗ ਰਿਹਾ ਹੈ ਇੰਨੇ ਵੱਡੇ ਇਕੱਠ ਚ ਲੋਕਾਂ ਨੂੰ? ਟੈਣਾ ਸਾਹਿਬ ਦੇਖ ਲਓ ਜੀ, ਖਾਲਸਾ ਪੰਥ ਚੜ੍ਹਦੀ ਕਲਾ ਚ, ਪੰਜਾਬੀ ਚੜ੍ਹਦੀ ਕਲਾ ਚ ਨੇ। ਇਧਰੋਂ ਲੈ ਕੇ ਜਿੱਥੇ ਤੱਕ ਤੁਸੀਂ ਧਿਆਨ ਮਾਰੋ, ਪੰਜਾਬੀ ਚੜ੍ਹਦੀ ਕਲਾ ਚ ਨੇ ਔਰ ਇਹ ਚੜ੍ਹਦੀ ਕਲਾ ਚ ਜਿੱਤ ਦਾ ਝੰਡਾ ਲੈ ਕੇ ਵਾਪਸ ਮੁੜਨਗੇ। ਕੇਂਦਰ ਦੀ ਧੌਣ ਦੇ ਵਿੱਚੋਂ ਕੀਲਾ ਜਿਹੜਾ ਫਸਿਆ ਹੋਇਆ ਨਿਕਲ ਨਹੀਂ ਰਿਹਾ, ਕੀ ਕਹਿਣਾ? 500% ਨਿਕਲੂਗਾ ਔਰ ਪੰਜਾਬੀ ਕੱਢ ਕੇ ਹਟਣਗੇ। ਇਤਿਹਾਸ ਗਵਾਹ ਆ, ਇਹ ਕੱਢਦੇ ਰਹੇ ਨੇ। ਜਿਹਦੇ ਚ ਕਿੱਲਾ ਅੜਿਆ ਸੀ ਉਹ ਪੰਜਾਬੀਆਂ ਨੇ ਕੱਢਿਆ। ਅਫਗਾਨ ਤੋਂ ਲੈ ਕੇ ਮੋਦੀ ਤੱਕ ਅੱਜ ਪੰਜਾਬੀ ਕੱਢਣਗੇ ਔਰ ਜਿੱਤ ਦਾ ਝੰਡਾ ਲੈ ਕੇ ਜਾਣਗੇ ਜੀ। ਹੁਣ ਜੀ ਸਾਡੇ ਨਾਲ ਸਚਨ ਅਹੂਜਾ ਨੇ, ਜਿਹੜਾ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ
ਸੁਪੁੱਤਰ ਨੇ ਤੇ ਉਹਨਾਂ ਤੋਂ ਪੁੱਛਦੇ ਹਾਂ ਜੀ ਕਿ ਅੱਜ ਕੀ ਵਲਵਲੇ ਆ ਉਹ ਵੀ ਇੱਥੇ ਖਾਲਸਾ ਏਡ ਦੀ ਇਸ ਸਟਾਲ ਦੇ ਉੱਤੇ ਤੇ ਆਪਣੀ ਸੇਵਾ ਦਾ ਜ਼ਿੰਮਾ ਨਿਭਾ ਰਹੇ ਆ। ਜੀ। ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਦੇ ਉੱਤੇ, ਇਸ ਅੰਦੋਲਨ ਦੇ ਮੌਕੇ? ਕਹਿਣਾ ਕੀ ਹੈ ਜੀ, ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬੀ ਕੌਮ ਜੋ ਹੈ ਸਿੰਘਾਂ ਦੀ ਕੌਮ ਹੈ ਔਰ ਜਿਹੜਾ ਉਹ ਨਿਸ਼ਚੈ ਕਰ ਲੈਂਦੇ ਆ ਉਹ ਨਿਸ਼ਚੈ ਤੋਂ ਫਿਰ ਅਟਲ ਹੁੰਦੇ ਆ ਬੇਸਿਕਲੀ। ਸੋ ਇੱਥੇ ਆ ਕੇ ਇਹਨਾਂ ਦਾ ਜੋਸ਼ ਦੇਖ ਕੇ, ਇਹਨਾਂ ਦਾ ਜਜ਼ਬਾ ਦੇਖ ਕੇ ਦਿਲ 'ਚ ਸਾਡੇ ਵੀ ਬਹੁਤ ਜ਼ਿਆਦਾ ਜੋਸ਼ ਭਰ ਗਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੇ ਮਕਸਦ ਲਈ ਇਹ ਸੰਘਰਸ਼ ਹੋ ਰਿਹਾ ਹੈ ਉਹ ਮਕਸਦ 'ਚ ਫਤਿਹ ਕਰਕੇ ਹੀ ਇੱਥੋਂ ਮੁੜਨਗੇ ਵਾਪਸ। ਜੀ, ਤੇ ਇਸ ਸਾਰੇ ਕਹਿ ਲੋ ਅੰਦੋਲਨ ਦੇ ਵਿੱਚ ਬੀਬੀਆਂ ਦੀ ਵੀ ਬਹੁਤ ਵੱਡੀ ਹਿੱਸੇਦਾਰੀ ਵੇਖਣ ਨੂੰ ਮਿਲ ਰਹੀ ਹੈ। ਸੋ ਉਹਨਾਂ ਬੀਬੀਆਂ ਭੈਣਾਂ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸਲਾਮ ਕਰਦਾ ਉਹਨਾਂ ਬੀਬੀਆਂ ਨੂੰ, ਉਹਨਾਂ ਦੇ ਪੈਰਾਂ 'ਚ ਝੁੱਕ ਕੇ ਪ੍ਰਣਾਮ ਕਰਦਾ ਕਿ ਦਿਨੇ ਤਾਂ ਠੀਕ ਹੈ, ਰਾਤ ਨੂੰ ਜਦੋਂ ਠੰਡ ਪੈਂਦੀ ਹੈ ਆਪਣੇ ਘਰਾਂ ਦੀਆਂ ਛੱਤਾਂ ਨੂੰ ਛੱਡ ਕੇ, ਨਿੱਘ ਨੂੰ ਛੱਡ ਕੇ ਉਹ ਇੱਥੇ ਸੜਕਾਂ ਤੇ ਸੌ ਰਹੇ ਆ, ਬੱਚਿਆਂ ਦੇ ਨਾਲ ਇੱਥੇ ਰਹਿ ਰਹੇ ਆ। ਬੱਚੇ ਵੀ ਉਹਨਾਂ ਦੇ ਮੈਂ ਦੇਖੇ ਆ ਕਿ ਇੱਥੇ ਨਾਲ ਨੇ। ਸੋ ਕਿੰਨੀ ਕੁ ਸੱਚਾਈ ਹੋਏਗੀ ਉਹਨਾਂ ਦੇ ਸੰਘਰਸ਼ ਔਰ ਅੰਦੋਲਨ ਦੇ ਅੰਦਰ ਕਿ ਉਹ ਆਪਣਾ ਸਭ ਕੁਝ ਛੱਡ ਕੇ ਇੱਥੇ ਆ ਕੇ ਬੈਠੇ ਹੋਏ। ਜੀ ਬਾਈ ਜੀ ਇੱਕ ਜਾਣਕਾਰੀ ਦਿਓ, ਤੁਸੀਂ ਬਹੁਤ ਲੰਮੇ ਸਮੇਂ ਤੋਂ ਸੰਗੀਤ ਖੇਤਰ ਦੇ ਵਿੱਚ ਵਿਚਰ ਰਹੇ ਹੋ। ਗਾਣੇ ਜੋਸ਼ ਵਾਲੇ ਆਉਂਦੇ ਆ, ਬੰਬ ਬੁਲਾ ਦੇਾਂਗੇ, ਫੱਟੀਆਂ ਪੱਟ ਦੇਾਂਗੇ, ਐ ਵੈਰੀ ਵੱਢ ਦੇਾਂਗੇ, ਅਸੀਂ ਤਾਂ ਹੱਕ ਲੈ ਕੇ ਰਵਾਂਗੇ, ਬੰਬ ਕੀ ਕਹਿੰਦੇ ਉਹ ਬਸ ਕਮਾਲ ਹੀ ਆ। ਤੁਹਾਨੂੰ ਲੱਗਦਾ ਵੀ ਜਿਹੜਾ ਉਹ ਉਹਦਾ ਗਾਣਿਆਂ ਦੇ ਵਿੱਚ 2.5 ਮਿੰਟ ਦੇ ਗਾਣੇ 'ਚ ਹੱਕ ਲੈਣਾ ਤੇ ਇੱਥੇ ਜ਼ਮੀਨੀ ਪੱਧਰ ਦੇ ਉੱਤੇ ਹੱਕ ਲੈਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ? ਉਹ ਗੱਲਾਂ ਨੇ, ਇਹ ਕੰਮ ਹੋ ਰਿਹਾ ਅਸਲੀ। ਵਾਹ। ਔਰ ਚਲੋ ਗਾਣੇ ਦੇਖੋ, ਗਾਣੇ ਵਾਲਿਆਂ ਦਾ ਕੰਮ ਹੈ ਗਾਣੇ ਬਣਾਉਣਾ, ਜਸ਼ੀਲੇ ਗਾਣੇ ਵੀ ਬਣਾਉਂਦੇ ਆ, ਹਰ ਤਰ੍ਹਾਂ ਦੇ ਗਾਣੇ ਬਣਾਉਂਦੇ ਆ, ਉਹ ਆਪਣਾ ਕੰਮ ਕਰ ਰਹੇ ਆ। ਲੇਕਿਨ ਜੋ ਅਸਲੀ ਸੰਘਰਸ਼ ਹੈ ਉਹ ਇਹ ਲੋਕ ਕਰ ਰਹੇ ਆ। ਅਸੀਂ ਜਿੰਨੇ ਵੀ ਕਲਾਕਾਰ ਆ, ਚਾਹੇ ਕਿੰਨਾ ਮਰਜ਼ੀ ਵੱਡਾ ਕਲਾਕਾਰ ਹੋਵੇ, ਇਹਨਾਂ ਸਾਰਿਆਂ ਦੇ ਸਾਹਮਣੇ ਅਸੀਂ ਬਹੁਤ ਛੋਟੇ ਆ, ਬਹੁਤ ਛੋਟੇ ਆ। ਅਸੀਂ ਮਤਲਬ ਇਹਨਾਂ ਦੇ ਜੇ ਪੈਰ ਦੀ ਧੂੜ ਦਾ ਇੱਕ ਕਣ ਵੀ ਬਣ ਜਾਈਏ ਨਾ ਤਾਂ ਵੀ ਬਹੁਤ ਵੱਡੀ ਗੱਲ ਹੈ। ਬਾਈ ਜੀ ਇੱਕ ਬ੍ਰਾਂਡ ਬਣ ਗਿਆ, ਕਿਸਾਨ ਇੱਕ ਬ੍ਰਾਂਡ ਬਣ ਗਿਆ ਜੀ। ਅੱਗੇ ਕਹਿੰਦੇ ਹੁੰਦੇ ਸੀ ਵੀ ਕਿਸਾਨ ਆ, ਬਸ ਕਿਸਾਨ ਹੀ ਆ, ਆਮ ਬੰਦਾ। ਅੱਜ ਇੱਕ ਬ੍ਰਾਂਡ ਬਣ ਗਿਆ। ਇਸ ਬ੍ਰਾਂਡ ਨੇ ਕੇਂਦਰ ਦੀ ਸਰਕਾਰ ਨੂੰ ਹਿਲਾਤਾ। ਤੁਹਾਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਗੀਤ ਤੇ ਫਿਲਮਾਂ ਕਿਸਾਨੀ ਦੇ ਉੱਤੇ ਕੇਂਦਰਿਤ ਵੱਧ ਹੋਣਗੇ? ਮੇਰੇ ਖਿਆਲ ਤਾਂ ਹੋਣੀਆਂ ਚਾਹੀਦੀਆਂ ਵੀ ਆ, ਪਹਿਲਾਂ ਵੀ ਸੀਗੀਆਂ, ਲੇਕਿਨ ਹੁਣ ਮੈਨੂੰ ਲੱਗਦਾ ਕਿ ਜੋ ਜੋਸ਼ ਜਜ਼ਬਾ ਦਿਖਾਇਆ ਹੈ ਇਹ ਸਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ, ਕਿਉਂਕਿ ਕਿਸਾਨ ਜੇ ਨਹੀਂ ਹੈ ਤਾਂ ਮੇਰੇ ਖਿਆਲ ਦੁਨੀਆ ਤੇ ਕੋਈ ਸਰਵਾਈਵ ਹੀ ਨਹੀਂ ਕਰ ਸਕਦਾ। ਜੇ ਕਿਸਾਨ ਉਗਾਏਗਾ ਨਹੀਂ ਤਾਂ ਬੰਦਾ ਖਾਏਗਾ ਕੀ? ਜੀ, ਤੇ ਜਿਹੜੇ ਗਾਇਕ ਕਲਾਕਾਰ ਹਾਲੇ ਤੱਕ ਵੀ ਇੱਥੇ ਨਹੀਂ ਪਹੁੰਚੇ, ਕਿਉਂਕਿ ਆਪਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸਾਨੀ ਨਾਲ ਜੁੜੇ ਹੋਏ ਆ ਸਾਰੇ, ਸੋ ਜਿਹੜੇ ਹਾਲੇ ਤੱਕ ਵੀ ਇੱਥੇ ਨਹੀਂ ਪਹੁੰਚੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਬਸ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਜੋ ਨਹੀਂ ਆਏ ਹੁਣ ਤੱਕ ਇੱਥੇ, ਤੁਹਾਨੂੰ ਵੀ ਸਾਰਿਆਂ ਨੂੰ ਇੱਥੇ ਆ ਕੇ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ, ਆਪਣਾ ਸਪੋਰਟ ਦਿਖਾਉਣਾ ਚਾਹੀਦਾ ਹੈ ਕਿ ਵੀ ਅਸੀਂ ਤੁਹਾਡੇ ਨਾਲ ਖੜੇ ਆ, ਮੋਢੇ ਨਾਲ ਮੋਢਾ ਜੋੜ ਕੇ। ਔਰ ਸੰਘਰਸ਼ ਬੇਸ਼ੱਕ ਕਿਸਾਨ ਭਰਾ ਭੈਣ ਕਰ ਰਹੇ ਆ, ਬਟ ਅਸੀਂ ਉਹਨਾਂ ਦੇ ਨਾਲ ਪੂਰੀ ਨਿਮਰਤਾ ਸਹਿਤ ਉਹਨਾਂ ਦਾ ਸਾਥ। ਸਚਨ ਬਾਈ ਜੀ, ਕਈ ਕਲਾਕਾਰ ਜਿਹੜੇ ਕਿ ਭਾਜਪਾ ਦੀ ਗੋਦੀ ਦੇ ਵਿੱਚ ਬੈਠੇ ਹੋਏ ਆ, ਉਹਨਾਂ ਦੀ ਮਜਬੂਰੀ ਹੋ ਸਕਦੀ ਜਦੋਂ ਨਹੀਂ ਬੋਲਦੇ, ਤੁਹਾਡੇ ਮਨ ਤੇ ਚੀਜ਼ ਜੀ ਉੱਠਦੀ ਹੈ ਕਿ ਨਹੀਂ ਯਾਰ ਬੋਲ ਪੋ ਯਾਰ, ਆਪਣੀ ਵੀ ਥਾਲੀ 'ਚ ਫੁਲਕਾ ਤਾਂ ਆਉਂਦਾ ਹੀ ਆ। ਭਾਜੀ ਪੋਲੀਟੀਕਲ ਵਿਊਜ਼ ਕਿਹਦੇ ਕਿਹੜੇ ਹੈ, ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ, ਕਿਹਨੂੰ ਸਪੋਰਟ ਕਰਦਾ ਹੈ, ਉਹ ਸਭ ਦਾ ਆਪਣਾ ਇੱਕ ਨਿੱਜੀ ਵਿਚਾਰ ਹੋ ਸਕਦਾ ਜੀ, ਲੇਕਿਨ ਇਹ ਜੋ ਸੰਘਰਸ਼ ਹੈ ਨਾ, ਇਹ ਇਨਸਾਨੀਅਤ ਦਾ ਸੰਘਰਸ਼ ਹੈ। ਜੀ, ਇਹ ਸਾਡੇ ਬੱਚਿਆਂ ਦੇ ਲਈ ਸੰਘਰਸ਼ ਹੋ ਰਿਹਾ, ਸਾਡੇ ਫਿਊਚਰ ਲਈ ਸੰਘਰਸ਼ ਹੋ ਰਿਹਾ। ਸੋ ਆਈ ਥਿੰਕ ਇੱਥੇ ਪੋਲੀਟੀਕਲ ਏਜੰਡਾ ਨੂੰ ਨਾ ਦੇਖਦੇ ਹੋਏ ਇੱਕ ਇਨਸਾਨ ਦੇ ਤੌਰ ਤੇ ਹਰ ਇੱਕ ਨੂੰ ਸ਼ਿਰਕਤ ਕਰਨੀ ਜੀ, ਮਤਲਬ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਉਂਕਿ ਸਭ ਤੋਂ ਵੱਧ ਸਿਆਸਤ ਪਿੰਡਾਂ ਦੇ ਵਿੱਚ ਹੁੰਦੀ ਹੈ, ਸਿਆਸਤ ਨੇ ਭਰਾਵਾਂ ਨੂੰ ਵੀ ਵੰਡ ਦਿੱਤਾ, ਤੇ ਅੱਜ ਉਹ ਭਰਾ ਜੇ ਸਿਆਸਤ ਨੂੰ ਪਾਸੇ ਰੱਖ ਕੇ ਸਾਰੇ ਇਕੱਠੇ ਇੱਥੇ ਖੜੇ ਨੇ ਤਾਂ ਉਹਨਾਂ ਕਲਾਕਾਰਾਂ ਨੂੰ ਵੀ ਜ਼ਰੂਰ ਆਉਣਾ ਚਾਹੀਦਾ ਹੈ ਜਿਹੜੇ ਹਾਲੇ ਵੀ ਗੋਦੀ 'ਚ ਬਹਿ ਕੇ ਤੇ ਉਹਨਾਂ ਦਾ ਗੁਣਗਾਨ ਕਰ ਰਹੇ ਨੇ। ਸਾਰਿਆਂ ਨੂੰ ਹੀ ਆਉਣਾ ਚਾਹੀਦਾ ਹੈ, ਕਿਉਂਕਿ ਇਹ ਸਿਆਸੀ ਜੋ ਸਿਆਸੀ ਦਲਦਲ ਹੈ ਉਹਦੇ ਤੋਂ ਉੱਪਰ ਉੱਠੀ ਹੋਈ ਗੱਲ ਹੈ ਜੀ। ਇੱਥੇ ਜਿੰਨੇ ਵੀ ਹੈਗੇ ਆ, ਇੱਥੇ ਪੰਜਾਬੀਆਂ ਤੋਂ ਇਲਾਵਾ ਹਰਿਆਣੇ ਵਾਲੇ ਭੈਣ ਭਰਾ ਵੀ ਹੈਗੇ ਆ। ਮੈਂ ਸੁਣਿਆ ਯੂਪੀ ਤੋਂ ਵੀ ਆਏ ਹੋਏ ਆ, ਰਾਜਸਥਾਨ ਤੋਂ ਵੀ ਆਏ ਹੈ, ਗੁਜਰਾਤ ਤੋਂ ਵੀ ਆਏ ਹੈ। ਸੋ ਇਹ ਤਾਂ ਇਨਸਾਨੀਅਤ ਹੈ, ਔਰ ਜਿਹੜਾ ਬੰਦਾ ਇਨਸਾਨੀਅਤ ਨੂੰ ਨਹੀਂ ਸਪੋਰਟ ਕਰਦਾ ਫਿਰ ਉਹ ਜ਼ਿੰਦਗੀ 'ਚ ਕਿਹਨੂੰ ਸਪੋਰਟ ਕਰੇਗਾ? ਬਿਲਕੁਲ ਜੀ, ਅਸੀਂ ਵੀ ਇਹ ਚਾਹੁੰਦੇ ਹਾਂ ਕਿ ਜਿਹੜਾ ਸੰਨੀ ਦਿਓਲ ਆ ਉਹ ਨਲਕੇ ਪੱਟਣੇ ਛੱਡ ਕੇ ਤੇ ਇੱਥੇ ਕੇਂਦਰ ਦੀ ਮਿੱਟੀ ਪੱਟਣ ਆਵੇ, ਕਿਉਂਕਿ ਕੇਂਦਰ ਨੇ ਮਿੱਟੀ ਪੱਟਤੀ ਹੈ ਸਾਰਿਆਂ ਦੀ, ਉਹਨੂੰ ਹੁਣ ਬੋਲਣਾ ਚਾਹੀਦਾ। ਬਹੁਤ ਚੰਗਾ ਲੱਗਾ ਸਚਨ ਬਾਈ ਜੀ ਗੱਲਬਾਤ ਕਰਕੇ। ਤੁਸੀਂ ਜੁਰਾਬਾਂ, ਨੀਕਰਾਂ, ਬਨੈਨਾ, ਤੌਲੀਏ ਵੰਡਣੇ ਜਾਰੀ ਰੱਖੋ, ਅਸੀਂ ਤੁਹਾਡੀ ਸੇਵਾ ਨੂੰ ਸਲਾਮ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਹਰਮਨ ਜੀ, ਹੁਣ ਆਪਾਂ ਗੱਲ
ਕਰਦੇ ਨਿਮਰਤ ਖਹਿਰਾ ਹੋਰਾਂ ਦੇ ਨਾਲ। ਬਹੁਤ ਸਾਰੇ ਚੰਗੇ ਗੀਤਾਂ ਨੂੰ ਇਹਨਾਂ ਨੇ ਪੇਸ਼ ਕੀਤਾ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸੁਲੱਖਣਾ ਕੰਮ ਕੀਤਾ। ਨਿਮਰਤ ਜੀ, ਇਹ ਦੱਸੋ ਕਿ ਤੁਸੀਂ ਇਸ ਵਕਤ ਇਸ ਅੰਦੋਲਨ ਦੇ ਵਿੱਚ ਕੁੱਦੇ ਹੋਏ ਹੋ। ਤੁਹਾਡੇ ਖਾਲਸਾ ਏਡ ਦੀ ਇਸ ਵਕਤ ਜੈਕਟ ਵੀ ਪਾਈ ਹੋਈ ਆ। ਔਰਤਾਂ ਦੀ ਸ਼ਮੂਲੀਅਤ ਇਸ ਅੰਦੋਲਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੈਗੀ ਆ, ਕੀ ਮਨ ਦੇ ਚਾਹ, ਕੀ ਬਲਬਲੇ, ਕੀ ਖਿਆਲ ਆ? ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ। ਮੈਨੂੰ ਲੱਗਦਾ ਪਹਿਲੀ ਵਾਰ ਇਦਾਂ ਹੋਇਆ ਕਿ ਅਸੀਂ ਸਾਰੇ ਇੱਕ ਫਰੰਟ ਤੇ ਅਸੀਂ ਸਾਰੇ ਇਕੱਠੇ ਹਾਂ। ਤੇ ਜਿਹੜੀ ਇੱਕ ਯੂਨਿਟੀ ਹੈ, ਜਦੋਂ ਇਕੱਠ ਹੀ ਹੋ ਗਿਆ, ਜਦੋਂ ਅਸੀਂ ਇਕੱਠੇ ਹੀ ਹੋ ਗਏ, ਤਾਂ ਮੈਨੂੰ ਲੱਗਦਾ ਕਿ ਉਦੋਂ ਜਿਹੜੀ ਜਿੱਤ ਆ ਉਹ ਹੋਰ ਵੀ ਸੌਖੀ ਹੋ ਜਾਂਦੀ ਹੈ। ਔਰ ਪੰਜਾਬੀ ਹਮੇਸ਼ਾ ਵੀ ਜਿਸ ਚੀਜ਼ ਦੇ ਖਿਲਾਫ ਵੀ, ਜ਼ੁਲਮ ਦੇ ਖਿਲਾਫ, ਜਿਸ ਚੀਜ਼ ਦੇ ਖਿਲਾਫ ਵੀ ਲੜੇ ਨੇ, ਸੰਘਰਸ਼ ਕੀਤਾ, ਅਸੀਂ ਜਿੱਤ ਜ਼ਰੂਰ ਹਾਸਲ ਜੀ। ਮਤਲਬ ਤੁਸੀਂ ਇਹ ਮੰਨਦੇ ਹੋ ਕਿ ਇਸ ਅੰਦੋਲਨ ਦੇ ਵਿੱਚ ਔਰਤਾਂ ਨੇ ਵੀ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ? ਬਹੁਤ ਵੱਡਾ, ਕਿਉਂਕਿ ਇਹ ਜਿਹੜਾ ਪ੍ਰੋਟੈਸਟ ਆ ਇਹ ਸਿਰਫ ਮੇਲਸ ਦਾ ਨਹੀਂ ਆ, ਫੀਮੇਲਸ ਮਤਲਬ ਸਾਡੇ ਸਾਰਿਆਂ ਦਾ ਹੀ ਆ। ਸੋ ਬਹੁਤ ਵਧੀਆ ਲੱਗ ਰਿਹਾ ਕਿ ਜਿਸ ਗਿਣਤੀ ਦੇ ਨਾਲ ਮਹਿਲਾਵਾਂ ਜਿਹੜੀਆਂ ਉਹ ਆ ਰਹੇ ਨੇ, ਸਾਡੇ ਬਜ਼ੁਰਗ ਮਾਤਾਵਾਂ ਆ ਰਹੀਆਂ ਨੇ, ਤਾਂ ਬਹੁਤ ਹੀ ਵਧੀਆ ਲੱਗ ਰਿਹਾ। ਨਿਮਰਤ ਜੀ, ਗੀਤਾਂ ਦੇ ਵਿੱਚ, ਫਿਲਮਾਂ ਦੇ ਵਿੱਚ ਨਾਇਕ ਆ ਜਿਹੜੇ ਉਹ ਰੀਲ ਵਾਲੇ ਹੁੰਦੇ ਆ। ਇਹ ਜਿਹੜੇ ਲੋਕ ਨੇ ਇਹ ਰੀਅਲ ਨਾਇਕ ਆ, ਇਹ ਅਸਲ ਜ਼ਿੰਦਗੀ ਦੇ ਨਾਇਕ ਆ। ਜਦੋਂ ਤੁਸੀਂ ਦੇਖਦੇ ਹੋ ਕਲਾਕਾਰੀ ਨੂੰ ਪਰੇ ਕਰਕੇ, ਇੱਕ ਔਰਤ ਹੋਣ ਦੇ ਨਾਤੇ, ਇੱਕ ਪੰਜਾਬੀ ਨਾਗਰਿਕ ਹੋਣ ਦੇ ਨਾਤੇ, ਖੇਤਾਂ ਦੇ ਨਾਲ ਜੁੜੇ ਹੋਣ ਕਰਕੇ ਕੀ ਮਹਿਸੂਸ ਹੁੰਦਾ ਵੀ ਰੀਲ ਤੇ ਰੀਅਲ ਦੇ ਵਿੱਚ ਕਿੰਨਾ ਕੁ ਤੁਹਾਡੇ ਬਲਬਲੇ ਮੁਤਾਬਕ ਅੰਤਰ ਆ? ਰੀਲ ਤੇ ਹੁਣ ਆਪਾਂ ਇੱਥੇ ਦੇਖ ਰਹੇ ਹਾਂ ਖਾਲਸਾ ਏਡ, ਇਹ ਸਾਡੇ ਰੀਅਲ ਹੀਰੋ ਨੇ। ਜਿੱਥੇ ਵੀ ਜ਼ਰੂਰਤ ਪੈਂਦੀ ਅੱਜ ਤੱਕ ਅਸੀਂ ਦੇਖਦੇ ਆਏ ਹਾਂ। ਇਹ ਕਿਸੇ ਰਿਕੋਗਨਾਈਜੇਸ਼ਨ ਦੇ ਮੁਹਤਾਜ ਨਹੀਂ ਹੈਗੇ। ਇਹ ਸਾਡੇ ਪੰਜਾਬ ਦੀ ਟਰੂ ਇਮੇਜ ਰਿਪਰੈਜ਼ੈਂਟ ਕਰ ਰਹੇ ਨੇ। ਔਰ ਜਿੰਨੇ ਵੀ ਸਾਡੇ ਇੱਥੇ ਲੋਕ ਪ੍ਰੋਟੈਸਟ ਤੇ ਆਏ ਨੇ, ਇਹ ਵੀ ਸਾਡੇ ਪੰਜਾਬ ਦੀ ਟਰੂ ਇਮੇਜ ਜਿਹੜੀ ਆ ਉਹ ਪ੍ਰੈਜ਼ੈਂਟ ਕਰ ਰਹੇ ਨੇ। ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਪੰਜਾਬ ਜਿਹੜਾ ਇਨਕਲਾਬ ਦਾ ਨਾਮ ਆ। ਔਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਸੰਘਰਸ਼ ਵੀ ਨਾਲ ਚੱਲ ਰਿਹਾ, ਨਾਲ ਗੁਰੂ ਸਾਹਿਬਾਨ ਦਾ ਲੰਗਰ ਵੀ ਚੱਲ ਰਿਹਾ। ਸੋ ਬਹੁਤ ਹੀ ਵਧੀਆ ਲੱਗ ਰਿਹਾ। ਕਿਸੇ ਨੂੰ ਆਪਾਂ ਕੋਈ ਗੱਲ ਬਣਾਉਣੀ ਚਾਹੁੰਦੇ ਹੋਈਏ, ਇੱਕ ਵਾਰ ਬਹਿ ਜਾਂਦੇ, 2 ਵਾਰ ਬਹਿ ਜਾਂਦੇ, 5 ਵਾਰ ਬੈਠ ਕੇ ਵੀ ਕੇਂਦਰ ਦੀ ਸਰਕਾਰ ਮੰਨਦੀ ਨਹੀਂ। ਤੁਹਾਡੇ ਕੀ ਖਿਆਲ ਆ ਵੀ ਮੋਦੀ ਤੇ ਸ਼ਾਹ ਦੀ ਜੋੜੀ ਆ ਜਿਹੜੀ, ਉਹ ਕੀ ਕਾਰਨ ਆ ਵੀ ਉਹਨਾਂ ਦੇ ਵਿੱਚ ਕੋਈ ਹੈ ਹੀ ਨਹੀਂ ਝੁਕਣ ਵਾਲੀ ਗੱਲ, ਕੋਈ ਹੈ ਹੀ ਨਹੀਂ ਲਿਖਣ ਵਾਲੀ ਗੱਲ? ਆਸ ਕਿਹੜੀ ਗੱਲ ਦੀ ਆ? ਆਸ ਇਹੀ ਹੈ ਕਿ ਵੀ ਜਿੱਤ ਜ਼ਰੂਰ ਹਾਸਲ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਕਿ 7 ਸਾਲ ਤੋਂ ਜਿਹੜੀ ਮੋਦੀ ਸਰਕਾਰ ਆ ਉਹ ਮਨ ਕੀ ਬਾਤ ਕਰੀ ਜਾਂਦੀ ਹੈ। ਔਰ ਮਨ ਕੀ ਬਾਤ ਦੇ ਚੱਕਰ ਦੇ ਵਿੱਚ ਕੋਈ ਵੀ ਕਾਨੂੰਨ ਉਹ ਚੱਕ ਕੇ ਲਾਗੂ ਕਰ ਦਿੰਦੇ ਨੇ। ਔਰ ਪੰਜਾਬ ਨੂੰ ਉਹਨਾਂ ਨੇ ਮਿਸਕੈਲਕੂਲੇਟ ਕਰ ਲਿਆ ਹੈ। ਉਹਨਾਂ ਨੂੰ ਪਤਾ ਨਹੀਂ ਆ ਵੀ ਸ਼ਾਇਦ ਉਹਨਾਂ ਨੂੰ ਯਾਦ ਭੁੱਲ ਗਿਆ ਕਿ ਪੰਜਾਬ ਹਮੇਸ਼ਾ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਤੇ ਲੜਦਾ ਰਹੂਗਾ। ਔਰ ਪੰਜਾਬ 'ਚ ਜਿਹੜਾ ਇੱਕ ਵਾਰੀ ਪੰਜਾਬ 'ਚ ਜਿਹੜਾ ਜੰਮ ਪਿਆ, ਉਹ ਤਾਂ ਇਨਸਾਫ ਦੀ ਲੜਾਈ ਲੜੂਗਾ ਤੇ ਜਿੱਤ ਵੀ ਹਾਸਲ ਕਰੂਗਾ। ਸੋ ਮੈਨੂੰ ਲੱਗਦਾ ਕਿ ਇਸ ਵਾਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਪ੍ਰੋਟੈਸਟ ਤੋਂ ਹਟ ਜਾਣਗੇ, ਪਰ ਅਸੀਂ ਬਹੁਤ ਹੀ ਪੇਸ਼ੈਂਸ ਦੇ ਨਾਲ, ਬਹੁਤ ਹੀ ਪੀਸਫੁਲ ਢੰਗ ਦੇ ਨਾਲ ਲੱਗੇ ਹੋਏ ਆ ਤੇ ਅਸੀਂ ਲੱਗੇ ਰਹਾਂਗੇ। ਜੀ। ਤੇ ਨੌਜਵਾਨੀ ਨੂੰ ਸੁਨੇਹਾ ਦੇਣ ਦੇ ਲਈ ਕੋਈ ਗਾਣੇ ਦੇ 2 ਬੋਲ ਹੋ ਜਾਣ ਜਿਹਦੇ ਨਾਲ ਸਾਡੀ ਨੌਜਵਾਨੀ 'ਚ ਹੋਰ ਜੋਸ਼ ਭਰ ਜਾਏ। ਇਸ ਵਿਸ਼ੇ ਨੂੰ, ਇਸ ਮੌਕੇ ਨੂੰ ਮੁਖਾਤਬ ਹੁੰਦੇ ਆ। ਨਹੀਂ, ਮੈਂ ਗਾਣੇ ਨਾਲ ਤਾਂ ਨਹੀਂ, ਮੈਂ ਇਦਾਂ ਬੇਨਤੀ ਕਰਦੀ ਹਾਂ ਕਿ ਸਾਰੇ ਜਣੇ ਲੱਗੇ ਰਹੋ, ਅਸੀਂ ਜਿੱਤ ਜ਼ਰੂਰ ਹਾਸਲ ਕਰਾਂਗੇ। ਔਰ ਸਾਰਿਆਂ ਨੂੰ ਬੇਨਤੀ ਹੈ ਕਿ ਪ੍ਰੋਟੈਸਟ ਤੇ ਪਹੁੰਚੋ। ਜਿਹੜੇ ਨਹੀਂ ਵੀ ਪਹੁੰਚ ਪਾ ਰਹੇ, ਉਹ ਸੋਸ਼ਲ ਮੀਡੀਆ ਦੇ ਰਾਹੀਂ, ਟਵਿੱਟਰ ਦੇ ਉੱਤੇ ਹੈਸ਼ਟੈਗਸ ਯੂਜ਼ ਕਰਕੇ, ਤਾਂ ਕਿ ਪੈਨ ਇੰਡੀਆ ਅਸੀਂ ਆਪਣੀ ਇਹ ਗੱਲ ਜਿਹੜੀ ਪਹੁੰਚਾ ਸਕੀਏ, ਕਿਉਂਕਿ ਨੈਸ਼ਨਲ ਮੀਡੀਆ ਤਾਂ ਕੁਝ ਵੀ ਨਹੀਂ ਕਰ ਰਿਹਾ। ਸੋ ਸਾਨੂੰ ਆਪਣੀ ਗੱਲ, ਆਪਣੀ ਲੜਾਈ ਆਪ ਹੀ ਲੜਨੀ। ਇੱਕ ਮੇਰਾ ਹੋਰ ਸਵਾਲ ਆ ਕਿ ਦੇਖੋ, ਤੁਸੀਂ ਵੀ ਕਲਾਕਾਰ ਹੋ, ਇੱਕ ਉਹ ਕਲਾਕਾਰ ਆ ਬੀਬੀ ਕੰਗਣਾ ਰਣੌਤ, ਉਹਨੇ ਕੁੰਡਲ ਜੇ ਪਾ ਕੇ ਜਿਹੜੀਆਂ ਗੱਲਾਂ ਕਹੀਆਂ ਉਹ ਮਨ ਨੂੰ ਚੁਭਦੀਆਂ, ਉਹ ਅੰਦਰੇ ਨੂੰ ਚੀਰ ਗਈਆਂ। ਇੱਕ ਕਲਾਕਾਰ ਦੂਜੀ ਕਲਾਕਾਰ ਦੇ ਬਾਰੇ ਕੀ ਸੋਚ ਰੱਖਦਾ? ਕੀ ਤੁਹਾਡਾ ਕਹਿਣਾ ਉਹਦੇ ਬਾਰੇ? ਤੁਹਾਨੂੰ ਲੱਗਦਾ ਵੀ ਉਹਨੇ ਜਿਹੜੀਆਂ ਗੱਲਾਂ ਕਹੀਆਂ ਨੇ ਔਰ ਜਿਸ ਮੌਕੇ ਤੇ ਕਹੀਆਂ ਨੇ, ਉਹਨੂੰ ਕਹਿਣੀਆਂ ਚਾਹੀਦੀਆਂ ਸੀ? ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ੁਰੂ ਤੋਂ ਆਦਤ ਰਹੀ ਹੈ ਕਿ ਬਿਨਾਂ ਲੌਜਿਕ ਤੋਂ ਕੁਝ ਵੀ ਟਵੀਟ ਕਰਨਾ, ਬਿਨਾਂ ਜਾਣਿਆ ਪਛਾਣਿਆ, ਮਤਲਬ ਕੁਝ ਵੀ ਬੋਲ ਦੇਣਾ, ਜਿਹੜੀ ਕਿ ਬਹੁਤ ਹੀ ਗਲਤ ਗੱਲ ਆ। ਔਰ ਜਿਸ ਚੀਜ਼ ਦਾ, ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਜਿਸ ਚੀਜ਼ ਦਾ ਪਤਾ ਹੀ ਨਹੀਂ ਹੈਗਾ, ਤੁਹਾਨੂੰ ਇਲਮ ਹੀ ਨਹੀਂ ਹੈਗਾ, ਉਹਦੇ ਬਾਰੇ ਤੁਸੀਂ ਬੋਲੋ ਹੀ ਨਾ। ਤੇ ਸਾਡੀਆਂ ਮਾਵਾਂ ਬਾਰੇ ਇਦਾਂ ਬੋਲੇ ਨੇ ਤੇ ਮੈਨੂੰ ਲੱਗਦਾ ਉਹ ਬਸ ਚੱਕ ਕੇ ਐਂ ਹੀ ਲਿਖ ਲੁਕ ਦਿੰਦੇ, ਉਹਨਾਂ ਨੂੰ ਪਤਾ ਨਹੀਂ ਹੈਗਾ ਦਿਮਾਗੀ ਤੌਰ ਤੇ। ਬਾਕੀ ਪੰਜਾਬੀਆਂ ਨੇ ਚੁੱਪ ਕਰਾ ਹੀ ਦਿੱਤਾ, ਉਹਨਾਂ ਨੂੰ ਪਤਾ ਲੱਗ ਹੀ ਗਿਆ। ਜੇ ਕਿਤੇ ਆਮੋ ਸਾਹਮਣੇ ਟੱਕਰਾ ਹੋ ਜਾਏ ਤਾਂ ਸਵਾਲ ਕਰੋਗੇ, ਪੁੱਛੋਗੇ ਵੀ ਆਹ ਕੀ ਗੱਲ ਕੀਤੀ? ਮੈਂ ਤਾਂ ਲਾਨ ਤਾਂ ਹੀ ਪਾਉਂਗੀ ਵੀ ਦੁਰ ਫਿਟੇ ਮੂੰਹ ਤੇਰਾ। ਬਸ ਵਧੀਆ ਕੀਤਾ ਮੇਰੇ ਵੱਲੋਂ, ਸਾਡੇ ਵੱਲੋਂ ਵੀ ਸ਼ੁਕਰੀਆ, ਬਹੁਤ ਮਿਹਰਬਾਨੀ। ਹੁਣ ਜੀ ਸਾਡੇ ਨਾਲ ਨੇ ਅਮਰਪ੍ਰੀਤ ਸਿੰਘ ਜੀ, ਜਿਹੜੇ ਕਿ ਭਾਰਤ ਦੇ ਡਾਇਰੈਕਟਰ ਨੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਭਾਰਤ ਦੇ ਵਿੱਚ ਕੋਈ ਵੀ ਅਣਸੁਖਾਵੀ ਸਥਿਤੀ ਪੈਦਾ ਹੁੰਦੀ ਆ, ਕੋਈ ਵੀ ਕੁਦਰਤੀ ਆਫਤ ਆਉਂਦੀ ਆ, ਕਿਤੇ ਵੀ ਕੋਈ ਸੰਕਟ ਦੀ ਘੜੀ ਆ, ਰੋਟੀ ਪਾਣੀ ਤੋਂ ਲੈ ਕੇ ਤੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ, ਉਸ ਵਕਤ ਟਰੈਕਟਰ ਤੱਕ ਤੇ ਮੱਝਾਂ ਤੱਕ ਜਿਹੜੀਆਂ ਉਹ ਲੋਕਾਂ ਨੂੰ ਲੈ ਕੇ ਦਿੱਤੀਆਂ। ਬਾਈ ਜੀ ਸਲਾਮ ਆ ਪਹਿਲਾਂ ਤੁਹਾਡੀ ਸੋਚ ਨੂੰ ਤੇ ਸੇਵਾ ਨੂੰ। ਰਵੀ ਸਿੰਘ ਹੋਰਾਂ ਦੀ ਅਗਵਾਈ 'ਚ ਬੜਾ ਸੁਲੱਖਣੇ ਕੰਮ ਹੋ ਰਹੇ ਆ। ਮੈਂ ਇੱਕ ਜਾਣਨਾ ਚਾਹੁੰਦਾ ਜੀ ਕਿ ਰਵੀ ਸਿੰਘ ਹੋਰਾਂ ਦੀ ਪੋਸਟ ਸੀ ਪਿਛਲੇ ਦਿਨੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੁਝ ਕੁ ਲੋਕ ਸਾਡੇ ਨਾਂ ਦੇ ਉੱਤੇ ਠੱਗੀਆਂ ਵੀ ਮਾਰ ਰਹੇ ਆ। ਥੋੜਾ ਜਿਹਾ ਪ੍ਰਸੰਗ ਉਹਦਾ ਸਾਂਝਾ ਕਰ ਦਿਓ।
ਭਾਜੀ ਸਾਡੇ ਨਾਂ ਦੇ ਉੱਤੇ ਵੀ ਮਾਰ ਰਹੇ ਨੇ ਤੇ ਵੈਸੇ ਵੀ ਮਾਰ ਰਹੇ ਨੇ। ਇਸ 'ਚ ਦੋ ਕਾਰਨ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਸਟੇਜਾਂ ਤੋਂ ਵੀ ਅਪੀਲ ਕੀਤੀ ਕਿ ਸਾਨੂੰ ਫੰਡ ਨਹੀਂ ਚਾਹੀਦੇ। ਸੰਗਤਾਂ ਨੇ ਇੰਨੀ ਸੇਵਾ ਦਾ ਭੰਡਾਰ ਲਾਤਾ ਕਿ ਫੰਡਸ ਦੀ ਰਿਕੁਆਇਰਮੈਂਟ ਨਹੀਂ ਹੈ। ਪਰ ਬਾਹਰਲੇ ਮੁਲਕਾਂ 'ਚ ਜਿਵੇਂ ਸਾਡੀ ਟੀਮਸ ਨੇ ਜਾਂ ਸਾਡੇ ਰਾਬਤੇ ਕਾਇਮ ਹੁੰਦੇ ਨੇ, ਉੱਥੇ ਲੋਕਾਂ ਨੇ ਸਟਾਲ ਲਗਾ ਕੇ ਗੁਰਦੁਆਰੇ ਦੇ ਬਾਹਰ ਗੋਲਕਾਂ ਰੱਖ ਦਿੱਤੀਆਂ। ਇੱਕ ਤਾਂ ਉਹ ਭਾਰਤ 'ਚ ਪੈਸਾ ਭੇਜਣਾ ਮੁਸ਼ਕਿਲ, ਦੂਜੇ ਪਾਸੇ ਅਸੀਂ ਕਿਸ ਪਰਪਸ ਦੇ ਲਈ ਫੰਡ ਰੇਜ਼ ਕਰ ਰਹੇ ਹਾਂ। ਇੱਥੇ ਕਿਹੜੀ ਕੋਈ ਕੁਦਰਤੀ ਆਫਤ ਆ ਗਈ ਜਿਸ ਦੇ ਲਈ ਸਾਨੂੰ ਇੰਨੇ ਪੈਸੇ ਦੀ ਲੋੜ ਪੈ ਜਾਣੀ ਹੈ, ਜਾਂ ਇਹੋ ਜਿਹਾ ਕੋਈ ਡਿਜ਼ਾਸਟਰ ਆ ਗਿਆ। ਜਦੋਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ, ਜਦੋਂ ਸੰਸਥਾਵਾਂ ਕਹਿ ਰਹੀਆਂ, ਫਿਰ ਇਹ ਪੈਸਾ ਇਕੱਠਾ ਕਰਨਾ ਨਹੀਂ ਬਣਦਾ। ਔਰ ਦੂਜੀ ਪੱਖ ਜਿਹੜਾ ਮੈਂ ਤੁਹਾਨੂੰ ਗੱਲ ਦੱਸਦਾ ਸੀ ਕਿ ਖਾਲਸਾ ਏਡ ਦੇ ਨਾਂ ਤੇ ਵੀ ਲੋਕਾਂ ਨੇ ਪੇਜ ਬਣਾਉਣਾ ਸ਼ੁਰੂ ਕਰਤਾ ਕਿ ਸਾਨੂੰ ਫੰਡਸ ਦੇ ਦਿਓ, ਅਸੀਂ ਖਾਲਸਾ ਏਡ ਨੂੰ ਦੇਣੇ ਨੇ, ਚਾਹੇ ਉਹ ਇੰਟੈਂਸ਼ਨਲੀ ਹੋਣ ਚਾਹੇ ਉਹ ਅਨਇੰਟੈਂਸ਼ਨਲੀ ਹੋਣ। ਬਟ ਅਸੀਂ ਅਪੀਲ ਕਰ ਚੁੱਕੇ ਆਪਣੇ ਪੇਜਿਸ ਤੋਂ ਕਿ ਖਾਲਸਾ ਏਡ ਨੂੰ ਫੰਡਸ ਦੀ ਰਿਕੁਆਇਰਮੈਂਟ ਨਹੀਂ ਹੈ। ਜੇ ਤੁਸੀਂ ਤਾਂ ਵੀ ਕੋਈ ਸੇਵਾ ਪੁੱਛਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਸਾਡੇ ਆਫਿਸ ਦੇ ਥਰੂ ਜਾਂ ਸਾਡੇ ਸਟਾਲ ਦੇ ਥਰੂ ਸੰਪਰਕ ਕਰੋ। ਐਵੇਂ ਨਹੀਂ ਕਿ ਤੁਸੀਂ ਕਿਸੇ ਨੂੰ ਵੀ ਖਾਲਸਾ ਏਡ ਦੀ ਟੀ-ਸ਼ਰਟ ਪਾਈ ਹੈ ਜਾ ਕੇ ਪੈਸੇ ਫੜਾਤੇ, ਜਾਂ ਕਿਸੇ ਨੇ ਵੀ ਖਾਲਸਾ ਏਡ ਦੀ ਟੀ-ਸ਼ਰਟ ਪਾਈ ਹੈ ਤੁਸੀਂ ਉਸ ਨੂੰ ਕਹਿ ਰਹੇ ਹੋ ਲੈ ਮੇਰਾ ਸਮਾਨ ਪਕੜ ਲੈ। ਇਹ ਕੰਮ ਨਾ ਹੋਵੇ, ਇਸ 'ਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਕਿਉਂਕਿ ਅਸੀਂ ਦੋ ਬੰਦੇ ਇਹੋ ਜਿਹੇ ਸਟੇਜ ਦੇ ਕੋਲੋਂ ਫੜੇ ਜਿਹੜੇ ਖਾਲਸਾ ਏਡ ਦੀ ਟੀ-ਸ਼ਰਟ ਪਾ ਕੇ ਖੜੇ ਸੀ, ਬਟ ਉਹ ਸਾਡੇ ਨਹੀਂ ਸੀਗੇ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਅਸੀਂ ਤਾਂ ਪ੍ਰਿੰਟ ਕਰਾਈ, ਅਸੀਂ ਤਾਂ ਯੂਕੇ ਤੋਂ ਲਿੱਤੀ, ਅਸੀਂ ਐਵੇਂ ਲਿੱਤੀ। ਉਹ ਗੋਲ-ਮੋਲ ਜੀ ਗੱਲ ਹੋ ਗਈ। ਬਟ ਇਹ ਚੀਜ਼ਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ। ਇਸ ਕਰਕੇ ਸ਼ਿਕਾਇਤ ਕੀਤੀ ਪੁਲਿਸ ਦੇ ਕੋਲੇ ਵੀ ਠੱਗੀ ਠੋਰੀ ਦੀ ਕੋਈ ਗੱਲ ਅਸੀਂ ਉਹ ਬੰਦੇ ਦੀ ਡਿਟੇਲ ਲੈ ਲਈ। ਅਸੀਂ ਆਪਣੇ ਜਿਹੜੇ ਸਾਡੇ ਬਾਹਰਲੇ ਚੈਪਟਰ ਨੇ, ਅਸੀਂ ਉਹਨਾਂ ਤੋਂ ਕਨਫਰਮ ਕਰ ਰਹੇ ਹਾਂ ਕਿ ਇਹ ਸਾਡੇ ਕੋਈ ਬੰਦੇ ਤਾਂ ਨਹੀਂ ਸੀਗੇ। ਅਸੀਂ ਉਹਨਾਂ ਪ੍ਰੋਪਰਲੀ ਅਜੇ ਟ੍ਰੇਸਿੰਗ ਕਰ ਰਹੇ ਹਾਂ। ਬਟ ਮੈਂ ਇਹ ਕਹਿ ਰਿਹਾ ਕਿ ਸ਼ਰਾਰਤੀ ਅੰਸਰ ਬਹੁਤ ਤਰ੍ਹਾਂ ਦੀਆਂ, ਹੁਣ ਖਾਲਸਾ ਏਡ ਦੇ ਸਟਾਲ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਇੱਕ ਸੈਲੀਬ੍ਰਿਟੀ ਵੀ ਪਹੁੰਚ ਰਿਹਾ, ਔਰ ਅਟੁੱਟ ਲੰਗਰ ਚੱਲ ਰਿਹਾ ਹਰ ਇੱਕ ਚੀਜ਼ ਦਾ, ਖਾਣ ਤੋਂ ਲੈ ਕੇ ਪਹਿਨਣ ਤੋਂ ਲੈ ਕੇ ਹਰ ਇੱਕ ਚੀਜ਼। ਔਰ ਹਰ ਇੱਕ ਦੀ ਨਿਗਾਹ ਇਸ ਟਾਈਮ ਇੱਥੇ ਟਿੱਕੀ ਹੋਈ ਹੈ। ਸੋ ਤਾਂ ਕਰਕੇ ਸਾਨੂੰ ਜਿਹੜੀ ਸਿਕਿਉਰਿਟੀ ਪਰਪਸ ਹੈ, ਅਸੀਂ CCTVs ਆਪਣੇ ਸ਼ੈਲਟਰ ਦੇ ਉੱਤੇ ਲਗਾਏ ਕਿ ਕੱਲ ਨੂੰ ਕੋਈ ਇੱਥੇ ਸ਼ਰਾਰਤ ਨਾ ਕਰਦੇ। ਅਸੀਂ ਇਹ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਇੱਕ ਤੁਸੀਂ ਰੈਣ ਬਸੇਰਾ ਵੀ ਸ਼ੁਰੂ ਕੀਤਾ, ਉਹ ਰੈਣ ਬਸੇਰੇ ਦੇ ਬਾਬਤ ਵੀ ਜਾਣਕਾਰੀ ਦੇ ਦਿਓ। ਰੈਣ ਬਸੇਰਾ ਵੈਸੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਆਪਾਂ ਉੱਥੇ ਵੀ ਜ਼ਰੂਰ ਚੱਲੀਏ, ਕਿਉਂਕਿ ਉਹ ਦਿਖਾਉਣਾ ਜ਼ਰੂਰੀ ਆ। ਉਹ ਇਸ ਕਰਕੇ ਸ਼ੁਰੂ ਕੀਤਾ ਗਿਆ, ਪਿਛਲੇ 2-3 ਦਿਨ ਤੋਂ ਉਹਦੀ ਤਿਆਰੀ ਚੱਲ ਰਹੀ ਸੀ। ਅਸੀਂ ਵਾਟਰਪ੍ਰੂਫ ਰੈਣ ਬਸੇਰਾ ਇੱਕ ਤਿਆਰ ਕੀਤਾ ਜਿਸ ਦੇ ਵਿੱਚ 400 ਬੈੱਡ ਲੱਗਿਆ, 400 ਬੈਡਿੰਗ ਦਾ ਇੰਤਜ਼ਾਮ ਕੀਤਾ। ਬਾਥਰੂਮਸ ਬਣਾਏ ਨੇ 50 ਬਾਥਰੂਮਸ ਜਿੱਥੇ ਨਹਾ ਧੋ ਸਕਣ, ਗਰਮ ਪਾਣੀ ਲਈ ਗੀਜ਼ਰ ਰੱਖੇ ਨੇ, ਬਿਸਤਰੇ ਨੇ ਸਾਰੇ। ਸੋ ਇਹ ਤਾਂ ਕਰਕੇ ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੇ ਜਦੋਂ ਬੈਠਦੇ ਹਾਂ। ਪਰ ਇੱਕ ਚੀਜ਼ ਕੈਮਰਾਮੈਨ ਸਾਥੀ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਨਾ ਉਹ ਨਾਲ ਦੀ ਨਾਲ ਸੰਗਤ ਨੂੰ ਵੀ ਦਿਖਾ ਦੇਣ ਵੀ ਕਿਸ ਤਰੀਕੇ ਦੇ ਨਾਲ ਝੰਡੇ ਲੈ ਲੈ ਕੇ ਲੋਕ ਆ ਰਹੇ ਆ। ਇਹ ਕਿਵੇਂ ਠਾਠਾ ਮਾਰਦਾ ਇਕੱਠ ਆ। ਇਹ ਮੋਦੀ ਤੇ ਸ਼ਾਹ ਦੇ ਦਬਕੇ ਨਾਲ ਭੱਜਣ ਵਾਲਾ ਇਕੱਠ ਨਹੀਂ ਆ, ਇਹ ਤਾਂ ਭਜਾਉਣ ਵਾਲਿਆਂ ਦੇ ਵਿੱਚ ਆ। ਤੇ ਬਾਕੀ ਵਕਤ ਦੱਸੋ ਕੀ ਬਣਦਾ, ਕਿਉਂਕਿ ਹਰਮਨ ਜੀ ਕਿਸਾਨ ਜਥੇਬੰਦੀਆਂ ਨੇ ਇਹ ਵੀ ਗੱਲ ਕਹਿਤੀ ਆ ਵੀ 1 ਸਾਲ ਦੇ ਲਈ ਵੀ ਸਾਡੇ ਕੋਲੇ ਰਾਸ਼ਨ ਪਾਣੀ ਹੈਗਾ, ਅਸੀਂ ਰੁਕਣ ਤੇ ਝੁਕਣ ਵਾਲੇ ਨਹੀਂ ਆ। ਜੀ ਨਹੀਂ ਬਿਲਕੁਲ, ਇਹ ਤਾਂ ਖੈਰ ਅਸੀਂ ਮੈਂ ਕੱਲ ਵੀ ਜ਼ਿਕਰ ਕਰਦਾ ਸੀ ਕਿ ਇਹ ਇੰਨੇ ਆਰਗੇਨਾਈਜ਼ਡ ਔਰ ਮੈਨੇਜਡ ਹੋ ਕੇ ਪੰਜਾਬ ਤੋਂ ਤੁਰੇ ਨੇ ਕਿ ਅਗਰ ਇਹਨਾਂ ਨੂੰ ਸਾਲ ਵੀ ਬੈਠਣਾ ਪੈ ਜੇ। ਹੁਣ ਕਈ ਕਿਸਾਨ ਵੀਰ ਮਿਲੇ ਕਹਿੰਦੇ ਅਸੀਂ ਤਾਂ ਲਾ ਕੇ ਆਏ ਆ ਬਈ ਫਸਲ, ਹੁਣ ਅਸੀਂ 6 ਮਹੀਨੇ ਇੱਥੇ ਹੀ ਆ। ਮਤਲਬ ਉਹ ਪਲੈਨਿੰਗ ਹੈ ਨਾ ਜਿਹੜੀ, ਉਹ ਲੌਂਗ ਟਰਮ ਹੈ। ਉਹਨਾਂ ਨੂੰ ਪਤਾ ਹੈ ਕਿ ਇਹ ਸੰਘਰਸ਼ ਹੈ, ਇਹ ਕੋਈ ਵਨ ਡੇ ਇਵੈਂਟ ਨਹੀਂ ਹੈ ਕਿ ਇਵੈਂਟ ਤੇ ਆਏ ਤੇ ਇਵੈਂਟ ਤੇ ਚਲੇ ਗਏ। ਸੋ ਅੱਜ ਭਾਵੇਂ ਜਿਹੜੇ ਵੀ ਵੀਰ ਭੈਣਾਂ ਇੱਕ ਦਿਨ ਲਈ ਹਾਜ਼ਰੀ ਲਾਉਣ ਆ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਇਹਦੀ ਕੰਟੀਨਿਊਟੀ ਬਣੀ ਰਹਿਣੀ ਚਾਹੀਦੀ ਹੈ। ਇਹਦੀ ਜਿਹੜੀ ਇੱਕ ਹਾਈਪ ਹੈ ਜਾਂ ਕਹਿ ਲਓ ਇੱਕ ਜਿਹੜਾ ਪਲੇਟਫਾਰਮ ਸੈੱਟ ਹੋ ਚੁੱਕਿਆ ਜਿੱਥੇ ਪੂਰੇ ਵਰਲਡ ਦੀ ਇਸ ਟਾਈਮ ਨਿਗਾਹ, ਤੇ ਇਹ ਇਦਾਂ ਹੀ ਰਹਿਣੀ ਚਾਹੀਦੀ ਹੈ। ਅੱਜ ਕਿਸਾਨ ਇੱਕ ਬ੍ਰਾਂਡ ਬਣ ਚੁੱਕਿਆ, ਅੱਜ ਕਿਸਾਨ ਇੱਕ ਇਹੋ ਜਿਹਾ ਬ੍ਰਾਂਡ ਬਣ ਗਿਆ ਕਿ ਕਿਸਾਨਾਂ ਦੇ ਨਾਂ ਤੋਂ ਪੰਜਾਬੀਆਂ ਨੂੰ ਜਾਣਿਆ ਜਾ ਰਿਹਾ। ਸੋ ਇਹ ਇਦਾਂ ਹੀ ਮੇਨਟੇਨ ਰਹਿਣਾ ਚਾਹੀਦਾ ਜੀ। ਤੇ ਇੱਕ ਚੀਜ਼ ਹੋਰ ਪਲੈਨਿੰਗ ਦੀ ਗੱਲ ਹੋ ਰਹੀ ਹੈ, ਖਾਲਸਾ ਏਡ ਹਮੇਸ਼ਾ ਹੀ ਬਹੁਤ ਵੱਖਰੀ ਪਲੈਨਿੰਗ ਨਾਲ ਅੱਗੇ ਆਉਂਦਾ ਹੈ। ਮਤਲਬ ਹਮੇਸ਼ਾ ਜੇ ਲੰਗਰ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਜਿਹੜਾ ਧਿਆਨ ਹੈ ਉਹ ਇੱਕ ਚੀਜ਼ ਵੱਲ ਜਾਏਗਾ ਕਿ ਅਸੀਂ ਖਾਣ ਪੀਣ ਦਾ, ਦਵਾਈਆਂ ਦਾ ਲੰਗਰ ਲਾ ਲਈਏ। ਪਰ ਤੁਸੀਂ ਹਰ ਉਹ ਚੀਜ਼ ਜਿਹਦੀ ਜ਼ਰੂਰਤ ਹੈ, ਚਾਹੇ ਉਹ ਟੂਥਪੇਸਟ ਹੋਏ, ਬ੍ਰਸ਼ ਹੋਏ, ਓਡੋਮੋਸ ਹੋਏ, ਕੋਈ ਵੀ ਚੀਜ਼ ਹੋਏ, ਜਾਂ ਵਾਟਰਪ੍ਰੂਫ ਰੈਣ ਬਸੇਰਿਆਂ ਦੀ ਗੱਲ ਕਰ ਲਈਏ, ਜਾਂ ਹੜ੍ਹ ਦੇ ਵਿੱਚ ਮੱਝਾਂ ਦੇਣ ਦੀ ਗੱਲ ਕਰ ਲਈਏ, ਇੱਕ ਡਿਫਰੈਂਟ ਪਲਾਨ ਹੁੰਦਾ ਹਮੇਸ਼ਾ। ਇਹ ਸਭ ਕੁਝ ਦੇ ਪਿੱਛੇ ਕੀ ਕੋਈ ਟੀਮ ਲੱਗੀ ਹੋਈ ਹੈ ਜਾਂ ਅੱਜ ਦੇ ਵੀ ਜੋ ਵਿਚਾਰ ਆਉਂਦੇ ਨੇ ਉਹ ਅੱਗੇ ਰੱਖਦਾ ਤੇ ਉਵੇਂ ਹੀ ਕੰਮ ਸ਼ੁਰੂ ਹੋ ਜਾਂਦਾ? ਨਹੀਂ, ਵੈਸੇ ਤਾਂ ਇਸ ਦੇ ਵਿੱਚ ਸਾਨੂੰ ਬੈਕ ਸਪੋਰਟ ਤਾਂ ਟੀਮ ਦੀ ਹੁੰਦੀ ਹੈ, ਪਰ ਇਸ ਦੇ ਵਿੱਚ ਅਸੀਂ ਜਿਹੜੀ ਆਥੋਰਾਈਜੇਸ਼ਨ ਹੈ ਨਾ, ਉਹ ਆਥੋਰਾਈਜੇਸ਼ਨ ਸਾਡੀ ਗਰਾਊਂਡ ਟੀਮ ਕੋਲੇ ਰਹਿੰਦੀ ਹੈ ਵੀ ਜਿਹੜੀ ਲੋੜ ਤੁਹਾਨੂੰ ਦਿਖ ਰਹੀ ਹੈ, ਜੇ ਇੱਥੇ ਅੰਡਰਗਾਰਮੈਂਟਸ ਦੀ ਲੋੜ ਹੈ ਤਾਂ ਉਹ ਦੇ ਦਿਓ, ਜੇ ਪੰਜਾਬ ਫਲੱਡ 'ਚ ਮੱਝ ਦੀ ਲੋੜ ਸੀ ਤਾਂ ਮੱਝ ਦੇ ਦਿਓ, ਜੇ ਟਰੈਕਟਰ ਦੀ ਲੋੜ ਹੈ ਟਰੈਕਟਰ। ਸੋ ਅਸੀਂ ਗਰਾਊਂਡ ਦੀਆਂ ਜਿਹੜੀ ਨੀਡਸ ਨੇ ਨਾ, ਇੱਕ ਟੀਮ ਸਾਡੀ ਅਸੈਸਮੈਂਟ ਕਰਦੀ ਰਹਿੰਦੀ ਹੈ। 5 ਬੰਦੇ ਦੀ ਟੀਮ ਸਿਰਫ ਗਰਾਊਂਡ ਦੇ ਵਿੱਚ ਫੀਲਡ ਵਰਕ ਕਰ ਰਹੀ ਹੈ, ਜਿਹੜੀ ਆ ਕੇ ਦੱਸਦੀ ਹੈ ਕਿ ਇਹ ਕਿਸਾਨ ਨੂੰ ਇਸ ਚੀਜ਼ ਦੀ ਲੋੜ ਹੈ। ਅਸੀਂ ਉਹ ਚੀਜ਼ ਪੂਰੀ ਕਰ ਦਿੰਦੇ ਹਾਂ। ਹੁੰਦੀ ਬੇਸਿਕ ਚੀਜ਼ ਹੈ, ਕੋਈ ਵੱਡਾ ਤੀਰ ਤਾਂ ਮਾਰਦੇ ਨਹੀਂ, ਬਟ ਉਹ ਲੋਕਾਂ ਨੂੰ ਇਹੋ ਜਿਹਾ ਹਿੱਟ ਕਰਦਾ ਕਿ ਹਾਂ ਮੈਨੂੰ ਤਾਂ ਨੇਲ ਕਟਰ ਦੀ ਲੋੜ ਸੀ, ਤੁਸੀਂ ਦੇਤਾ। ਬਹੁਤ ਚੰਗੀ ਗੱਲ ਆ ਅਮਰਪ੍ਰੀਤ ਜੀ। ਗੱਲ ਇਹ ਆ ਕਿ ਤੁਹਾਡੀ ਸਮੁੱਚੀ ਟੀਮ ਦੀ ਤੇ ਸਰਦਾਰ ਰਵੀ ਸਿੰਘ ਸਾਰਿਆਂ ਦੀ ਅਸੀਂ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਤੁਸੀਂ ਡਟ ਕੇ ਲੱਗੇ ਰਹੋ ਤੇ ਅਸੀਂ ਤੁਹਾਡੇ ਨਾਲ। ਸ਼ੁਕਰ ਹੈ, ਧੰਨਵਾਦ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ। ਹਰਮਨ ਜੀ। ਹੁਣ ਨਾ ਆਪਾਂ ਅਗਲੀ
ਸਟਾਲ ਦੇ ਉੱਤੇ ਚੱਲਦੇ ਆ, ਜੀ। ਕਿਉਂਕਿ ਵੱਖ-ਵੱਖ ਸਟਾਲਾਂ ਦੇ ਉੱਤੇ ਜਾ ਕੇ ਆਪਾਂ ਦਿਖਾਉਂਦੇ ਆ ਵੀ ਰੰਗ ਕਿਹੋ ਜਿਹਾ। ਆ ਇੱਥੇ ਲੋਕ ਭਲਾਈ ਆਰਮੀ ਗਰੁੱਪ ਦੀ ਜਿਹੜੇ ਕਿ ਕੋਟ ਕਰੋੜ ਪਿੰਡ ਵਾਲੇ ਆ, ਉਹਨਾਂ ਨੌਜਵਾਨ ਵੀਰਾਂ ਨੇ ਇਹ ਸਟਾਲ ਲਾਈ ਹੋਈ ਆ। ਇਹਨਾਂ ਨੇ ਆਪਣੀਆਂ 2 ਐਂਬੂਲੈਂਸਾਂ ਜਿਹੜੀਆਂ ਉਹ ਪਿਛਲੇ ਕਈ ਦਿਨਾਂ ਤੋਂ ਇੱਥੇ ਲਾਈਆਂ ਹੋਈਆਂ। ਕਹਿਣ ਦਾ ਭਾਵ ਇਹ ਹੈ ਕਿ ਇੱਥੇ ਸਿਰਫ ਖੀਰ ਦੇ, ਇੱਥੇ ਸਿਰਫ ਦੁੱਧ ਦੇ, ਇੱਥੇ ਸਿਰਫ ਪਿੰਨੀਆਂ ਦੇ, ਇੱਥੇ ਸਿਰਫ ਰੋਟੀ ਪਾਣੀ ਦੇ, ਪ੍ਰਸ਼ਾਦੇ ਦੇ ਲੰਗਰ ਨਹੀਂ, ਇੱਥੇ ਦਵਾਈਆਂ ਦੇ ਲੰਗਰ ਤੇ ਕਿਤਾਬਾਂ ਦੇ ਲੰਗਰ ਵੀ ਚੱਲ ਰਹੇ ਆ। ਬਿਲਕੁਲ ਸਹੀ। ਆਪਾਂ ਇਸ ਦਵਾਈਆਂ ਦੇ ਲੰਗਰ ਦੇ ਬਾਰੇ ਗੱਲਬਾਤ ਕਰਦੇ ਆ। ਬਾਈ ਜੀ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਡਟੇ ਹੋਏ ਹੋ? ਅਸੀਂ ਜੀ ਇੱਥੇ 27 ਤਰੀਕ ਤੋਂ ਆਏ। ਅੱਛਾ, ਹਾਂਜੀ। ਤੇ ਕੀ ਕਹਿਣਾ ਚਾਹੋਗੇ, ਹੁਣ ਤੱਕ ਕਿੰਨੇ ਕੁ ਲੋਕਾਂ ਨੇ ਤੁਹਾਡੇ ਕੋਲੇ ਆ ਕੇ ਇੱਥੇ ਆਪਣੀ ਜ਼ਰੂਰਤ ਪੂਰੀ ਆ? ਕੀ ਤੁਸੀਂ ਮਹਿਸੂਸ ਕਰਦੇ ਆ ਵੀ ਇਹ ਦਵਾਈਆਂ ਦੇ ਲੰਗਰ ਦੀ ਇਸ ਵਕਤ ਸਭ ਤੋਂ ਵੱਡੀ ਜ਼ਰੂਰਤ ਆ? ਬੜੀ ਬਹੁਤ ਜ਼ਰੂਰਤ ਆ ਜੀ। ਅਸੀਂ ਜਿੱਥੇ ਵੀ ਸਟਾਲ ਲਾਉਣੇ ਆ ਤਕਰੀਬਨ ਜੇ 2 ਘੰਟੇ ਵੀ ਲੈਣੇ ਤਾਂ ਘੱਟੋ ਘੱਟ 500 1000 ਮਰੀਜ਼ ਦੇ ਨੇੜੇ ਕੱਢਦੇ ਆ ਜੀ। ਬਹੁਤ ਜ਼ਿਆਦਾ ਜ਼ਰੂਰਤ ਹੈ। ਅਸੀਂ ਪਿੱਛੇ ਉਧਰ ਵੀ ਸਾਡੀ ਇੱਕ ਵੈਨ ਹੈ ਆਪਣਾ ਬਹਾਦਰਗੜ੍ਹ ਰੋਡ ਦੇ ਉੱਤੇ ਬਾਈਪਾਸ ਤੇ, ਅਸੀਂ ਬਿਲਕੁਲ ਐਂਡ ਤੋਂ ਲੱਗੇ ਸੀ, ਸਾਡੀ ਵੈਨ ਨੂੰ 10 ਕਰਮਾਂ ਵੀ ਨਹੀਂ ਲੋਕ ਤੁਰਨ ਦਿੰਦੇ ਸੀ, ਇੰਨੀ ਜ਼ਰੂਰਤ ਆ ਉੱਥੇ ਜੀ। ਉਸ ਉਧਰਲੇ ਏਰੀਆ ਦੇ ਵਿੱਚ ਪਾਤਣਾ ਏਰੀਆ ਜ਼ਿਆਦਾ ਆ, ਉੱਥੇ ਲੇਡੀਜ਼ ਬਹੁਤ ਆ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਦਵਾਈਆਂ ਦੀ। ਅਸੀਂ ਰੁਕ ਕੇ ਥੋੜੀ ਵਾਰ ਦੇ ਉੱਤੇ ਤੇ ਪਰਸੋਂ ਅਸੀਂ 2-3 ਘੰਟੇ ਉਸ ਰੋਡ ਤੇ ਲਾਏ ਆ ਜੀ। ਜੇ ਮੋਟਾ ਅੰਦਾਜ਼ਾ ਲਾਉਣਾ ਹੋਏ, ਹੁਣ ਤੱਕ ਕਿੰਨੀਆਂ ਕੁ ਗੱਡੀਆਂ ਤੁਸੀਂ ਵੇਖੀਆਂ ਨੇ ਜਿਹੜੀਆਂ ਕਿ ਦਵਾਈਆਂ ਦੇ ਲੰਗਰ ਵੀ ਲਗਾ ਰਹੀਆਂ ਨੇ? ਕਿਉਂਕਿ ਹੋਰ ਤਾਂ ਲੰਗਰ ਸਾਰੇ ਅਸੀਂ ਦੇਖਦੇ ਆ ਰਹੇ ਹਾਂ ਪਿੱਛੋਂ ਕਾਫੀ ਵੱਡੀ ਮਾਤਰਾ 'ਚ ਹੈ, ਪਰ ਦਵਾਈਆਂ ਦੇ ਲੰਗਰਾਂ ਦੀ ਇਕੱਲਿਆਂ ਦੀ ਜੇ ਗੱਲ ਕਰੀਏ ਤਾਂ ਇਹ ਕਿੰਨੇ ਕੁ ਲੱਗੇ ਹੋਏ ਨੇ ਪੂਰੇ ਇਸ ਅੰਦੋਲਨ ਦੇ ਵਿੱਚ? ਦਵਾਈਆਂ ਦੇ ਲੰਗਰ ਜੀ ਇੱਧਰ ਜ਼ਿਆਦਾ ਲੱਗੇ ਆ, ਉਧਰਲੀ ਸਾਈਡ ਤੇ ਘੱਟ ਹੈ। ਅੱਛਾ ਜੀ। ਉਧਰਲੀ ਸਾਈਡ ਤੇ ਤਾਂ ਅਸੀਂ ਵੱਧ ਤੋਂ ਵੱਧ ਜੇ ਦੇਖ ਪਾਉਂਗਾ ਤਾਂ 10 ਗੱਡੀਆਂ ਮਸਾਂ। ਇੱਕ ਵਾਰੀ ਜਾਣਕਾਰੀ ਦੇ ਵਿੱਚ ਬਾਈ ਜੀ ਵਾਅਦਾ ਕਰਿਓ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਦੇਖਦੇ ਹਾਂ ਬਈ ਲੋਕ ਨਿੱਠ ਕੇ ਜਿਹੜੇ ਰੋਟੀ ਪਾਣੀ ਦੇ ਪ੍ਰਸ਼ਾਦੇ ਦੇ ਲੰਗਰ ਆ ਉਹਦੇ ਵਿੱਚ ਯੋਗਦਾਨ ਪਾਉਂਦੇ ਆ। ਜਦੋਂ ਦਵਾਈਆਂ ਦੇ ਜਾਂ ਕਿਤਾਬਾਂ ਦੇ ਲੰਗਰ ਲੱਗਦੇ ਆ, ਕੀ ਉਦੋਂ ਵੀ ਲੋਕ ਤੁਹਾਡੇ ਕੋਲੇ ਆ ਕੇ ਰਸੀਦ ਕਟਵਾਉਂਦੇ ਆ ਵੀ ਭਾਈ ਸਾਡਾ ਵੀ ਯੋਗਦਾਨ ਪਾ ਲਓ, ਜਾਂ ਘੱਟ ਹਾਲੀ ਰੁਝਾਨ? ਨਹੀਂ, ਬਿਲਕੁਲ ਨਹੀਂ। ਸਾਡੇ ਕੋਲੇ ਇੱਥੇ ਕਿਸੇ ਨੇ ਨਹੀਂ ਆ ਕੇ ਰਸੀਦ ਕਟਾਈ। ਸਾਨੂੰ ਪਿੰਡ ਦਾ, ਸਾਡੇ ਆਰਮੀ ਗਰੁੱਪ, ਸਾਨੂੰ NRI ਵੀਰਾਂ ਦਾ ਸਹਿਯੋਗ ਆ ਜਿਹੜੇ ਸਾਡੇ ਬਾਹਰ ਬੈਠੇ ਆ ਜੀ, ਖਾਸ ਕਰਕੇ ਹਰਜਿੰਦਰ ਸਿੰਘ ਜੀ, ਉਹ ਵੀ ਸ਼ਟਲ ਦੇ ਵਿੱਚ ਸੇਵਾ ਕਰ ਰਹੇ ਆ USA ਦੇ ਵਿੱਚ। ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਹਰਮਨ ਜੀ ਕਿ ਅਸੀਂ ਬਾਕੀ ਲੰਗਰਾਂ ਦੇ ਵਾਂਗ ਦਵਾਈਆਂ ਦੇ ਤੇ ਕਿਤਾਬਾਂ ਦੇ ਲੰਗਰ ਵੀ ਲਾਉਣੇ ਸ਼ੁਰੂ ਕਰੀਏ। ਜੀ, ਹਾਲਾਂਕਿ ਵਾਰ-ਵਾਰ ਇਹ ਸੁਨੇਹਾ ਜ਼ਰੂਰ ਦਿੱਤਾ ਜਾਂਦਾ ਹੈ ਕਈ ਸੰਸਥਾਵਾਂ ਦੇ ਵੱਲੋਂ, ਚਾਹੇ ਉਹ ਕੁਲਵੰਤ ਧਾਲੀਵਾਲ ਹੋਰਾਂ ਦੀ ਆਪਾਂ ਗੱਲ ਕਰ ਲਈਏ ਜਾਂ ਇਹਨਾਂ ਦੀ ਗੱਲ ਕਰ ਲਈਏ, ਕਿ ਸਾਨੂੰ ਆਪਣਾ ਜਿਹੜਾ ਕਹਿ ਲਓ ਵੀ ਧਿਆਨ ਇੱਧਰ ਵੀ ਲੈ ਕੇ ਆਉਣਾ ਚਾਹੀਦਾ, ਪਰ ਹਾਲੇ ਅਫਸੋਸ ਵਾਲੀ ਗੱਲ ਹੈ ਕਿ ਬਹੁਤ ਘੱਟ ਲੋਕਾਂ ਦਾ ਧਿਆਨ ਇਸ ਵਾਲੇ ਪਾਸੇ ਨੂੰ ਵੀ ਆ ਰਿਹਾ। ਇਹਦੇ ਵਿੱਚ ਜੀ ਜਿੱਦਾਂ ਅਸੀਂ ਫਰੀਦਕੋਟ ਤੋਂ ਦਵਾਈ ਲੈਂਦੇ ਆ ਹੋਲਸੇਲ ਵਾਲੇ, ਉਹਨਾਂ ਦਾ ਬਹੁਤ ਯੋਗਦਾਨ ਹੈ ਜੀ। ਉਹ ਤਾਂ ਕਈ ਵਾਰੀ ਜਿਵੇਂ ਲੰਗਰ ਲਾਉਣਾ ਆਪਾਂ ਇਸ ਤਰ੍ਹਾਂ ਆਏ ਆ ਤੇ ਉਹ ਕਹਿੰਦੇ ਵੀ ਆ ਇਹਦੇ ਅਸੀਂ ਪੈਸੇ ਲੈਣੇ ਫ੍ਰੀ ਦਿੱਤੀ ਹਾਂਜੀ ਜੀ। ਤੇ ਬਹੁਤ ਦਿੰਦੇ ਆ ਜੀ। ਤੁਸੀਂ ਕਾਫੀ ਦਿਨਾਂ ਤੋਂ ਇੱਥੇ ਆਏ ਹੋਏ ਹੋ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜੋਸ਼ ਤੁਸੀਂ ਉਹ ਪਹਿਲੇ ਦਿਨ ਵੇਖਿਆ ਸੀ ਇੱਥੇ ਲੋਕਾਂ ਦਾ, ਕੀ ਉਹ ਜੋਸ਼ ਹਾਲੇ ਤੱਕ ਬਰਕਰਾਰ ਹੈ? ਉਸ ਤੋਂ ਜ਼ਿਆਦਾ ਜੀ, ਕਈ ਗੁਣਾ ਜ਼ਿਆਦਾ ਹੈ ਜੋਸ਼ ਤਾਂ, ਬਹੁਤ ਜ਼ਿਆਦਾ ਜੀ। ਚਲੋ, ਬਹੁਤ ਮਿਹਰਬਾਨੀ ਬਾਈ ਜੀ, ਤੁਸੀਂ ਆਪਣਾ ਕੰਮਕਾਜ ਜਿਹੜਾ ਉਹ ਨਿਰਵਿਘਨ ਤਰੀਕੇ ਨਾਲ ਜਾਰੀ ਰੱਖੋ। ਮੈਂ ਹੁਣੇ ਇੱਕ ਸੱਜਣ ਨੂੰ ਦੇਖਿਆ, ਉਹ ਕਹਿੰਦਾ ਜੀ ਮੈਂ ਟਾਂਕਾ ਕਟਾਉਣਾ ਚਾਹੁੰਦਾ, ਕੋਈ ਕਹਿੰਦਾ ਮੈਂ ਦਵਾਈ ਕਿਸੇ ਤਰ੍ਹਾਂ ਦੀ ਲੈਣੀ ਚਾਹੁੰਦਾ, ਕਿਸੇ ਨੂੰ ਕੋਈ ਸਮੱਸਿਆ, ਕਿਸੇ ਨੂੰ ਕੋਈ। ਤੁਸੀਂ ਕੰਮ ਜਾਰੀ ਰੱਖੋ, ਅਸੀਂ ਬਹੁਤਾ ਵਿਘਨ ਨਹੀਂ ਪਾਉਂਦੇ। ਮਿਹਰਬਾਨੀ। ਬਹੁਤ ਸ਼ੁਕਰੀਆ ਜੀ। ਟਾਣਾ ਸਾਹਿਬ, ਆਪਾਂ ਵੱਖੋ-ਵੱਖਰੀਆਂ ਥਾਵਾਂ ਤੇ ਜਾ ਕੇ ਵੇਖ ਵੀ ਰਹੇ ਹਾਂ ਤੇ ਜਿੰਨਾ ਹੋ ਸਕੇ ਉਹ ਆਪਣੇ ਦਰਸ਼ਕਾਂ ਤੱਕ ਪਹੁੰਚਾ ਵੀ ਰਹੇ ਹਾਂ, ਤੇ ਜਾਂਦੇ ਨਿਗਾਹ ਪਈ ਮੇਰੀ ਇੱਧਰ ਭਰਾਵਾਂ ਦੇ ਉੱਪਰ, ਮੈਂ ਚਾਹੁੰਦੀ ਹਾਂ ਵੀ ਇਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕੀਤੀ ਜਾਏ। ਬਿਲਕੁਲ ਜੀ, ਇਸ ਥਾਂ ਦੇ ਉੱਤੇ ਪਹੁੰਚ ਕੇ ਇਹ ਸਮੂਹਕ ਹੰਭਲਾ ਦੁਨੀਆ ਭਰ ਦੇ ਵਿੱਚ ਵੈਸੇ ਤਾਂ ਲੋਕ ਮਾਰ ਰਹੇ, ਪਰ ਭਾਰਤ ਦੇ ਲੋਕ ਆ ਜਿਹੜੇ ਉਹ ਧਰਮ ਦੀਆਂ ਵਲਗਣਾ ਤੋਂ ਉੱਠ ਕੇ ਉੱਪਰ ਤੇ ਇਸ ਵਕਤ ਸੇਵਾ ਦੇ ਵਿੱਚ ਜੁਟੇ ਹੋਏ ਆ। ਭਾਵੇਂ ਕਿਸੇ ਦੇ ਕੋਲੇ ਖੇਤ ਹੈ ਤੇ ਭਾਵੇਂ ਖੇਤ ਨਹੀਂ, ਪਰ ਉਹਨਾਂ ਨੂੰ ਪਤਾ ਵੀ ਜਿਹੜੇ ਇਹ ਕਾਨੂੰਨ ਆ ਉਹ ਸਾਡੇ ਲਈ ਕਿੰਨੇ ਮਾਰੂ ਆ। ਆ ਮੁਸਲਮਾਨ ਭਾਈਚਾਰੇ ਦੇ ਪ੍ਰਤੀ ਸਾਡੇ ਮਨਾਂ ਦੇ ਵਿੱਚ ਨਫ਼ਰਤ ਦੀਆਂ ਉਹ ਕੰਧਾਂ ਖੜੀਆਂ ਕਰਨ ਦੇ ਚਾਹਵਾਨ ਆ, ਪਰ ਕੋਈ ਨਫ਼ਰਤ ਨਹੀਂ। ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਨੇ ਭਾਈ। ਇਸ ਗੱਲ ਦੇ ਉੱਤੇ ਹਮੇਸ਼ਾ ਅਸੀਂ ਅਮਲ ਕਰਦੇ ਆ। ਇਹਨਾਂ ਨੇ ਪਾਣੀ ਦੀ ਸਟਾਲ ਲਾਈ ਹੋਈ ਆ ਜੀ। ਅਸੀਂ ਤੁਹਾਨੂੰ 5 ਮਿੰਟ ਦੇਗਾਂ ਤਿਆਰ ਨੇ, ਪਾਣੀ ਇੱਥੇ ਪਿਆ ਹੋਇਆ, ਮਿੱਠੇ ਚੌਲ ਨੇ ਜਿਹੜੇ ਆਮ ਤੌਰ ਦੇ ਉੱਤੇ ਈਦ ਦੇ ਮੌਕੇ ਇਹ ਛਕਾਉਂਦੇ ਨੇ, ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਿੱਠੇ ਚੌਲ ਆ ਜਿਹੜੇ ਉਹ ਪਿਛਲੇ ਪਾਸੇ ਦੇਗਾਂ ਦੇ ਵਿੱਚ ਬਣ ਰਹੇ ਨੇ। ਤੁਸੀਂ ਜਾਣਕਾਰੀ ਦਿਓ ਜੀ ਕਿ ਕਿਹੜੀ ਤੁਹਾਡੀ ਸੰਸਥਾ, ਕਿਹੜੇ ਬੈਨਰ ਦੇ ਥੱਲੇ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਤੇ ਕਿੰਨੇ ਦਿਨਾਂ ਤੋਂ ਇੱਥੇ ਹਾਜ਼ਰ ਹੋ? ਦੇਖੋ, ਸੰਸਥਾ ਬੈਨਰ ਤਾਂ ਇੱਥੇ ਆ ਕੇ ਸਾਰੇ ਖਤਮ ਨੇ। ਅਸੀਂ ਤਾਂ ਪਹਿਲੀ ਗੱਲ, ਅਸੀਂ ਪੰਜਾਬੀ ਆ, ਪੰਜਾਬ ਸਾਡੀ ਜਨਮ ਭੂਮੀ ਹੈ, ਮਾਂ ਬੋਲੀ ਪੰਜਾਬੀ ਹੈ, ਤਾਂ ਪੰਜਾਬੀ ਹੋਣ ਦੇ ਨਾਤੇ ਡੇ 1 ਤੋਂ ਜਦੋਂ ਪਤਾ ਲੱਗਿਆ ਕਿ ਸਾਡੇ ਕਿਸਾਨਾਂ ਨਾਲ ਹਰਿਆਣਾ ਸਰਕਾਰ ਕੈਸਾ ਵਤੀਰਾ ਕਰ ਰਹੀ ਹੈ, ਤਾਂ ਬੈਗ ਚੱਕਿਆ, ਗੱਡੀ 'ਚ ਰੱਖਿਆ, ਕੱਪੜੇ 2 ਦਿਨ ਦੇ ਅਸੀਂ ਪਾਏ ਔਰ ਨਾਲ ਸਿੱਧੇ ਆ ਕੇ ਬਾਰਡਰ ਤੇ ਗੱਡੀ ਲਾਈ ਹੈ ਜੀ। ਬਿਲਕੁਲ ਬੈਰੀਕੇਡ ਜਿੱਥੇ ਵੀ ਹਰਿਆਣੇ ਦੇ ਔਰ ਪੰਜਾਬ ਦੇ ਕਿਸਾਨਾਂ ਨੇ ਲੰਘੇ ਨੇ, ਅਸੀਂ ਨਾਲ ਬਿਲਕੁਲ ਆਏ ਆ। ਔਰ ਇੱਥੇ ਆਉਣ ਸਾਰੇ ਇਹਨਾਂ ਨੇ ਸਾਡੇ ਤੇ ਫੁੱਲ ਬਰਸਾਏ ਨੇ, ਉਹਦੇ ਟੀਅਰ ਗੈਸ ਦੇ, ਉਹਦੇ ਸ਼ੈੱਲ ਵੀ ਪਏ ਨੇ ਸਾਡੇ ਕੋਲ ਸਾਂਭੇ ਇੱਥੇ। ਅੱਛਾ ਜੀ। ਅਸੀਂ ਸਿਰਫ
ਇੱਕ ਗੱਲ ਮੈਸੇਜ ਇੱਕ ਸਾਡਾ ਕਿਸਾਨਾਂ ਨੂੰ, ਕਿਉਂਕਿ ਮਲੇਰਕੋਟਲਾ ਜਿਹੜੀ ਹਾਦੇ ਨਾਰੇ ਦੀ ਧਰਤੀ ਹੈ, ਜਿੱਥੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਜਾਊਗੀ, ਉੱਥੇ ਮਲੇਰਕੋਟਲਾ ਅਗਰ ਨਾ ਪਹੁੰਚੇ ਤਾਂ ਇਹ ਹੋ ਨਹੀਂ ਸਕਦਾ। ਬਿਲਕੁਲ ਸਹੀ। ਜਦੋਂ ਵੀ ਕਿਸੇ ਜਾਬਰ ਰਾਜੇ ਦੇ ਖਿਲਾਫ ਹਾਦਾ ਨਾਰਾ ਮਾਰਿਆ ਜਾਊਗਾ ਤਾਂ ਮਲੇਰਕੋਟਲਾ ਇਨਸ਼ਾਅੱਲਾ ਸਭ ਤੋਂ ਪਹਿਲਾਂ ਉੱਥੇ ਮੂਹਰੇ ਖੜਾ ਹੋਊਗਾ। ਇੱਕ ਮੇਰੀ ਜਾਣਕਾਰੀ ਚ ਵਾਧਾ ਕਰਿਓ ਜੋ ਮੈਂ ਤੁਹਾਡੇ ਕੋਲ ਵੀ ਪੁੱਛਣਾ ਚਾਹੂੰਗਾ। ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਵਿੱਚ ਇੱਕ ਧਰਮ ਵਿਸ਼ੇਸ਼ ਦੀ ਗੱਲ ਚੱਲਦੀ ਆ। ਸਿੱਖਾਂ ਨੂੰ ਹਾਸ਼ੀਏ ਦੇ ਉੱਤੇ ਕੀਤਾ ਜਾ ਰਿਹਾ, ਮੁਸਲਮਾਨ ਭੈਣਾਂ ਵੀਰਾਂ ਨੂੰ ਹਾਸ਼ੀਏ ਦੇ ਉੱਤੇ ਕੀਤਾ ਜਾ ਰਿਹਾ। ਤੁਹਾਡੇ ਖਿਲਾਫ ਵੀ ਕਦੇ ਕੋਈ ਕਾਨੂੰਨ ਲਿਆਏ, ਕਦੇ ਧਾਰਾ ਹਟਾਤੀ, ਕਦੇ ਬਣਾਤੀ, ਕਦੇ ਉਹ ਮਨ ਦੇ ਕੀ ਵਲਵਲੇ ਆ। ਭਾਰਤ ਦੀ ਖੂਬਸੂਰਤੀ ਤਾਂ ਇਸ ਗੱਲ ਦੀ ਆ ਕਿ ਉਹ ਇਹੋ ਜਿਹੀ ਬਗੀਚੀ ਜਿੱਥੇ 500 ਭਾਂਤੇ ਫੁੱਲ ਖਿਲੇ ਆ। ਇਹਨਾਂ ਫੁੱਲਾਂ ਨੂੰ ਮਿੱਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਆਪਦਾ ਫੁੱਲ ਖੜਾਉਣ ਦੇ ਚੱਕਰ 'ਚ। अभी हम NRC शाहीन बाग नहीं भूले हैं और सिख भाइयों का हमने नमक खाया है। वहाँ पर आपने देखा डे 1 से और लास्ट तक सिख भाई जो है उनका वहाँ पर खाना चला है। ठीक है, तो हम भी इसी सेवा भाव से आए हैं कि हमारे दरवाजे पे हमारे भाई, हमारे किसान भाई यहाँ खड़े हैं, हम उनकी जितनी सेवा कर सके थोड़ा है। ठीक है, रही बात ये कि एक दूसरे को हाशिए पे लगाना, ठीक है, तो ये तो इनकी नेचुरल प्रवृत्ति के आदमी हैं ये। ठीक है ना, ये जैसी मानसिकता होगी इंसान वैसा ही आपको दर्शाएगा। ठीक है, तो इसमें कोई ऐसी दो राय नहीं है। और हमारा काम जो करना है ये हम बोल के नहीं बता सकते, हम इन्हें प्रैक्टिकली करके बता रहे हैं कि हम एक हैं। जी बिल्कुल, हम एक थे, एक हैं और एक रहेंगे। जी ਤੇ ਜਿਹੜੇ ਲੋਕ ਹਮੇਸ਼ਾ ਸਾਨੂੰ ਵੋਟਾਂ ਦੇ ਨਾਂ ਦੇ ਉੱਪਰ, ਰਾਜਨੀਤੀ ਦੇ ਨਾਂ ਦੇ ਉੱਪਰ ਵੰਡਣਾ ਚਾਹੁੰਦੇ ਰਹੇ ਨੇ ਔਰ ਵੰਡਦੇ ਵੀ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? उनको यही है, अब पहली चीज तो आपके चैनल के माध्यम से वो लोग देख लेंगे कि हम लोग एक हैं। जी ठीक है, पहली चीज प्रैक्टिकली तो ये है। दूसरी चीज ये है कि मैं उन लोगों को यही मैसेज देना चाहूँगा कि वो कुछ भी कर लें, हमारी मोहब्बत, हमारी एकता, हमारा धर्म, हमारी एकता को वो नहीं मिटा सकते, चाहे वो कुछ भी कर लें। जी ठीक है, हम एक थे, एक हैं और एक रहेंगे। वाह। ਓਕੇ, ਸਿੱਖਾਂ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ, ਕਿਉਂਕਿ ਮੈਂ ਚਾਹੁੰਦਾ ਵੀ ਸਾਰਿਆਂ ਨੂੰ 2-2 ਮਿੰਟ ਦਾ ਸਵਾਲ ਕੀਤਾ ਜਾਵੇ, ਸਿੱਖਾਂ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਕੀ ਭਾਵ ਆ, ਕੀ ਤੁਹਾਡੇ ਮਨ ਦੇ ਖਿਆਲਾਤ ਆ? ਨਹੀਂ, ਚਾਹੇ ਉਹ ਸਿੱਖਾਂ ਲਈ, ਚਾਹੇ ਉਹ ਹਿੰਦੂਆਂ ਲਈ, ਚਾਹੇ ਕ੍ਰਿਸਚਨ ਲਈ, ਹਰ ਇੱਕ ਲਈ ਇਹ ਹੈ ਕਿ ਅਸੀਂ ਸਾਰੇ ਇੱਕ ਹੈ ਔਰ ਮਿਲ ਕੇ ਹਾਰਮਨੀ ਨਾਲ, ਪੀਸ ਨਾਲ, ਕੰਪੈਸ਼ਨ ਨਾਲ ਰਹਾਂਗੇ। ਇਹ ਜੋ ਅੱਜ ਕੱਲ੍ਹ ਦਿਖਾਇਆ ਜਾ ਰਿਹਾ ਹੈ ਕਿ ਡਿਵੀਜ਼ਨਸ ਨੇ, ਇਹ ਕੁਝ ਹੈ, ਇਹ ਕੁਝ ਨਹੀਂ ਹੈਗਾ। ਇਹ ਕਲੋਨੀਅਲਾਈਜੇਸ਼ਨ ਨੇ ਵੀ ਇਹੀ ਚੀਜ਼ ਕੀਤੀ, ਡਿਵਾਈਡ ਐਂਡ ਰੂਲ, ਲੇਕਿਨ ਉਹ ਅੱਜ ਕਿੱਥੇ ਕਲੋਨੀਅਲ ਪਾਵਰ खत्म हो चुकी, खत्म हो गया। जिन्होंने भी ये पॉलिसी खेली है डिवाइड एंड रूल वाली, वो खत्म हो चुके ने। यूनिटी रही है और वो हर वक्त ਰਹੂਗੀ, और वो चाहे सिखिज्म है, हिंदुइज्म है, ਸਾਡੇ ਲਈ ਉਹ ਸਭ ਬ੍ਰਦਰਸ ਨੇ। ਬਿਲਕੁਲ, ਤੁਸੀਂ ਪਾਣੀ ਦੀਆਂ ਬੋਤਲਾਂ ਵਰਤਾ ਰਹੇ ਹੋ, ਉਹ ਪਾਣੀ ਦੀਆਂ ਬੁਛਾੜਾ ਮਾਰ-ਮਾਰ ਕੇ ਭਜਾਉਣਾ ਚਾਹੁੰਦੇ ਆ। ਜਜ਼ਬੇ ਦੇ ਵਿੱਚ ਕੋਈ ਨਾ ਕੋਈ ਥੋੜੀ ਜਿਹੀ ਕਮੀ ਪੇਸ਼ੀ ਆਈ ਹੈ ਕਿ ਜਜ਼ਬਾ ਬਰਕਰਾਰ ਆ? जी बिल्कुल, जज्बा बिल्कुल बरकरार है सर हमारा जी और रहेगा इंशाल्लाह जी। और आ ਜਿਹੜਾ ਸਾਡਾ ਇੱਕ ਹੈ, ਕੀ ਲੱਗਦਾ ਹੈ ਵੀ ਜਿਹੜਾ ਉਹਨਾਂ ਦੇ ਜਿਹੜੇ ਅੰਦਰ ਹੰਕਾਰ ਭਰਿਆ ਹੋਇਆ ਹੈ, ਜਿਹੜੀ ਆਕੜ ਭਰੀ ਹੋਈ ਹੈ ਸਰਕਾਰਾਂ ਦੇ ਅੰਦਰ, ਕੀ ਸਾਡਾ ਏਕਾ, ਸਾਡਾ ਜਜ਼ਬਾ ਉਸ ਹੰਕਾਰ ਨੂੰ ਤੋੜ ਸਕੇਗਾ? जी बिल्कुल नहीं तोड़ सकेंगे, बिल्कुल टूटेगा उनका जज्बा, उनका अहंकार बिल्कुल टूटेगा। ठीक है जी, उसका औलाद नहीं है, वो औलाद का दर्द क्या समझेगा? औलाद वाला ही औलाद का दर्द समझता है। उसकी बस की बात नहीं समझना, वो अपना राजनीति करे और राज बने और आगे कुछ नहीं कर सकता हो। किसी ने 1 बीघा खेत में बुआई करी हो तो पता भी हो किसी उनको? बिल्कुल, उन्होंने आज तक उन्हें ये नहीं पता 1 बीघे खेत में कितना बीज डलता है, उन्हें क्या मालूम खेतों का किसान होगा। ਬਹੁਤ ਤੁਸੀਂ ਲਗਾਤਾਰ ਇਸ ਤਰੀਕੇ ਨਾਲ ਸੇਵਾ ਦੇ ਵਿੱਚ ਡਟੇ ਰਹੋ, ਅਸੀਂ ਇਹਦੀ ਕਾਮਨਾ ਕਰਦੇ ਹਾਂ, ਕਿਉਂਕਿ ਨਫ਼ਰਤ ਦੀਆਂ ਕੰਧਾਂ ਜਿੰਨੀਆਂ ਮਰਜ਼ੀ ਖੜੀਆਂ ਕੀਤੀਆਂ ਜਾਣ, ਪਰ ਇਹ ਦੇਖ ਕੇ ਪਤਾ ਲੱਗਦਾ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਾਲੇ ਫਰਕ ਖਤਮ ਹੋ ਗਏ ਆ। ਜੀ, ਔਰ ਸਾਨੂੰ ਦੇਖ ਕੇ ਇਹ ਸੱਚੀ ਦਿਲੀ ਤੌਰ ਤੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਸੀਂ ਸਾਰੇ ਇਕੱਠੇ ਇੱਥੇ ਖੜੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਨਸ਼ਾਅੱਲਾ ਪਰਮਾਤਮਾ ਕਰੇ, ਵਾਹਿਗੁਰੂ ਕਰੇ, ਅਸੀਂ ਸਦਾ ਹੀ ਏਦਾਂ ਇਕੱਠੇ ਰਹੀਏ ਤੇ ਇੱਥੋਂ ਜਾਣ ਲੱਗਿਆ ਅਸੀਂ ਸਾਰੇ ਕਸਮ ਖਾ ਕੇ ਜਾਈਏ ਕਿ ਚਾਹੇ ਜਿੰਨਾ ਮਰਜ਼ੀ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਏ, ਪਰ ਫਿਰ ਵੀ ਅਸੀਂ ਸਦਾ ਇੱਕ ਰਵਾਂਗੇ। ਅਸੀਂ ਇਕੱਠੇ ਜਿਵੇਂ ਅੱਜ ਇੱਕ ਥਾਲ 'ਚ ਰੋਟੀ ਖਾ ਰਹੇ ਹਾਂ, ਉਦਾਂ ਹੀ ਸਦਾ ਖਾਂਦੇ ਰਵਾਂਗੇ। ਇਹ ਤਾਂ ਉਹ ਲੋਕ ਅਗਰ ਅਸੀਂ ਕਹਿ ਦਈਏ ਕਿ ਅਸੀਂ ਅਲੱਗ ਹਾਂ, ਅਲੱਗ ਨਹੀਂ ਹਾਂ, ਬਲਕਿ ਇਹ ਲੋਕ ਜਿਹੜੇ ਸਾਨੂੰ ਅਲੱਗ ਕਰਨਾ ਚਾਹੁੰਦੇ ਨੇ ਨਾ, ਉਹ ਸਾਡਾ ਇਤਿਹਾਸ ਭੁੱਲ ਗਏ। ਕਿਉਂਕਿ ਜਿਹੜੇ ਲੋਕਾਂ ਨੇ ਸਾਡੇ ਇਤਿਹਾਸ ਦੇ ਉੱਪਰ ਨਜ਼ਰ ਮਾਰੀ ਹੈ ਨਾ, ਤਾਂ ਉਹ ਲੋਕਾਂ ਨੂੰ ਪੱਕਾ ਯਕੀਨ ਹੈ ਕਿ ਬਾਬਾ ਨਾਨਕ ਤੋਂ ਲੈ ਕੇ ਭਾਈ ਮਰਦਾਨਾ ਤੋਂ ਸਾਡੀ ਸਾਂਝ ਜੁੜੀ ਹੋਈ ਹੈ। ਬਿਲਕੁਲ, ਜਿਹੜੇ ਲੋਕਾਂ ਨੇ ਇਤਿਹਾਸ ਪੜ੍ਹਿਆ ਨਹੀਂ ਹੈ ਉਹ ਇਹਨਾਂ ਦੀਆਂ ਗੱਲਾਂ ਵਿੱਚ ਆਉਂਦੇ ਨੇ।
ਜਿਹੜੇ ਲੋਕਾਂ ਨੇ ਇਤਿਹਾਸ ਪੜ੍ਹਿਆ ਹੈ, ਮੈਂ ਉਹ ਲੋਕਾਂ ਨੂੰ ਵੀ ਇਹ ਗੱਲ ਕਹਿ ਦੇਣੀ ਚਾਹੁੰਦਾ ਹੈ ਕਿ ਜਿੱਥੇ ਤੁਸੀਂ ਇਤਿਹਾਸ ਨੂੰ ਵੀ ਕੁਝ ਨਜ਼ਰ ਅੰਦਾਜ਼ ਕੀਤਾ ਹੈ ਤਾਂ ਇਤਿਹਾਸ ਨੂੰ ਵੀ ਜ਼ਰੂਰ ਦੁਬਾਰਾ ਪੜ੍ਹੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਸਿੱਖਾਂ ਦੀ ਔਰ ਮੁਸਲਮਾਨਾਂ ਦੀ ਸਾਂਝ ਕਿੱਥੋਂ ਤੋਂ ਚੱਲੀ ਆਈ ਹੈ ਔਰ ਇਹ ਰਹਿੰਦੀ ਦੁਨੀਆ ਤੱਕ ਹੀ ਬਾਕੀ ਰਹਿਣੀ ਹੈ। ਬਹੁਤ ਖੂਬ, ਬਹੁਤ ਖੂਬ। ਤੁਸੀਂ ਲਗਾਤਾਰ ਡਟੇ ਰਹੋ ਜੀ ਤੇ ਆਪਾਂ ਫਿਰ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਰਾਣਾ ਸਾਹਿਬ, ਜਿੱਥੇ ਆਪਾਂ ਵੱਖੋ ਵੱਖਰੇ ਸਟਾਲਾਂ ਦੇ ਉੱਪਰ ਜਾ ਕੇ ਵੇਖ ਰਹੇ ਹਾਂ ਵੀ ਕਿਵੇਂ ਕਿਵੇਂ ਦੀ ਸੇਵਾ ਕੀਤੀ ਜਾ ਰਹੀ ਹੈ, ਉਵੇਂ ਮੈਨੂੰ ਪਤਾ ਲੱਗਿਆ ਵੀ ਇੱਥੇ ਇੱਕ ਸਟਾਲ ਇਹੋ ਜਿਹਾ ਵੀ ਹੈ ਜਿੱਥੇ ਪ੍ਰੈਸਕ੍ਰਾਈਬਡ ਮੈਡੀਸਨ ਯਾਨੀ ਕਿ ਜਿਹੜੀ ਕਿ ਡਾਕਟਰ ਨੇ ਲਿਖ ਕੇ ਦਿੱਤੀ ਹੋਵੇ, ਜਿਹੜੀ ਬਦਲੀ ਨਾ ਜਾ ਸਕਦੀ ਹੋਵੇ ਜਾਂ ਉਹਦਾ ਕਹਿ ਲਓ ਵੀ ਕੋਈ ਹੋਰ ਹੱਲ ਨਾ ਹੋਵੇ। ਜਿਵੇਂ ਬਹੁਤ ਸਾਰੇ ਇੱਥੇ ਇਹੋ ਜਿਹੇ ਹਸਪੀਟਲਸ ਨੇ, ਡੀਐਮਸੀ ਦੀ ਗੱਲ ਕਰ ਲਈਏ, ਹੋਰ ਹਸਪੀਟਲਸ ਦੀ, ਉੱਥੇ ਜਿਹੜੀ ਡਾਕਟਰ ਦਵਾਈ ਲਿਖ ਕੇ ਦਿੰਦੇ ਨੇ ਉਹ ਆਮ ਦੁਕਾਨਾਂ ਤੋਂ ਨਹੀਂ ਮਿਲਦੀ। ਜਿਵੇਂ ਕਿ ਮਤਲਬ ਕਹਿਣ ਦਾ ਭਾਵ ਹੈ ਜਿਵੇਂ ਮੇਰੀ ਮਾਤਾ ਜੀ ਦੀ ਦਵਾਈ ਡੀਐਮਸੀ ਦੇ ਵਿੱਚੋਂ ਚੱਲਦੀ ਆ ਤੇ ਉਹ ਉੱਥੋਂ ਹੀ ਮਿਲਦੀ ਆ ਬਹੁਤੀ ਦਵਾਈ, ਹੋਰ ਕਿਤੋਂ ਮਿਲਦੀ ਨਹੀਂ। ਸੋ ਇਹ ਜਿਹੜਾ ਸਟਾਲ ਜਿਹਦੇ ਉੱਪਰ ਹੁਣ ਆਪਾਂ ਪਹੁੰਚੇ, ਇੱਥੇ ਉਹ ਦਵਾਈ ਵੀ ਜਿਹੜੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਉਹਨਾਂ ਨੇ ਡਾਕਟਰ ਨੂੰ ਨੇ ਖਾਸ ਤੌਰ ਤੇ ਲਿਖ ਕੇ ਦਿੱਤੀ ਹੈ। ਇਹਨਾਂ ਦੇ ਕੋਲ ਹੁੰਦੀ ਆ ਉਹ? ਨਹੀਂ ਜੀ, ਇਹ ਕੀ ਕਰਦੇ ਨੇ, ਮੈਂ ਇਹਨਾਂ ਦੇ ਨਾਲ ਵੀਰ ਜੀ ਹੋਰਾਂ ਨਾਲ ਗੱਲਬਾਤ ਕੀਤੀ ਹੈ। ਇਹ ਕਹਿੰਦੇ ਵੀ ਅਸੀਂ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਵੀ ਦਵਾਈ ਚਾਹੀਦੀ ਹੈ ਵੀ ਉਹ ਹੁਣ ਵਾਪਸ ਪਿੰਡ ਜਾ ਕੇ ਜਾਂ ਵਾਪਸ ਉਸ ਥਾਂ ਤੇ ਜਾ ਕੇ ਦਵਾਈ ਲੈ ਨਹੀਂ ਸਕਦੇ, ਇਹ ਉਹਨਾਂ ਦਾ WhatsApp ਨੰਬਰ, ਦਵਾਈ ਦਾ ਨਾਂ, ਸਭ ਕੁਝ ਲੈ ਲੈਂਦੇ ਨੇ ਤੇ ਅਗਲੇ ਦਿਨ ਹੀ ਉਹ ਦਵਾਈ ਲੈ ਕੇ ਤੇ ਉਹਨਾਂ ਤੱਕ ਪਹੁੰਚਦੀ ਕਰ ਦਿੰਦੇ ਨੇ। ਤੇ ਆਪਾਂ ਗੱਲਬਾਤ ਕਰਦੇ ਹਾਂ ਜ਼ਰੂਰ। ਬਾਈ ਜੀ ਸਤਿ ਸ੍ਰੀ ਅਕਾਲ। ਬਾਈ ਜੀ ਕੀ ਨਾਮ ਤੁਹਾਡਾ? ਮੇਰਾ ਅਵਤਾਰ ਸਿੰਘ, ਲਾਈਫ ਕੇਅਰ ਫਾਊਂਡੇਸ਼ਨ ਡੇਰਾਬੱਸੀ ਜੀ। ਤੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਡਟੇ ਹੋਏ ਹੋ? ਤਕਰੀਬਨ ਸਾਨੂੰ 6 ਤੋਂ 7 ਦਿਨ ਹੋ ਗਿਆ ਜੀ ਇੱਥੇ ਲਗਾਤਾਰ ਡਟੇ ਹੋਏ ਆ। ਪਹਿਲੇ ਦਿਨ ਤਾਂ ਅਸੀਂ ਵੀ ਜਿਵੇਂ ਆਮ ਸਾਰੀਆਂ ਮੈਡੀਸਿਨ ਲੈ ਕੇ ਟਰਾਲੀ ਵੰਡੀਆਂ ਵੀ ਆ, ਦਿੱਤੀਆਂ, ਕਿਉਂਕਿ ਜੋ ਪੇਨ ਕਿਲਰਸ ਨੇ ਜਾਂ ਹੋਰ ਗੈਸ ਦੀਆਂ ਨੇ ਇਹ ਤਾਂ ਮੈਂ ਕਹਿੰਦਾ ਟਰਾਲੀਆਂ 'ਚ ਢੇਰ ਲੱਗੇ ਪਏ ਨੇ। ਤੇ ਮੈਂ ਕਹਿੰਦਾ ਦਵਾਈ ਇਦਾਂ ਦੀ ਵੀ ਪਈ ਨੇ ਜੋ ਦਵਾਈ ਦਾ ਫਾਇਦਾ ਨਾ ਵੀ ਹੋਏ, ਨੁਕਸਾਨ ਤਾਂ ਨਾ ਹੋਏ ਘੱਟੋ ਘੱਟ। ਹੁਣ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਨੇ, ਕਿਸੇ ਦੀ ਪੀਜੀਆਈ ਤੋਂ ਲਿਖੀ ਹੋਈ ਦਵਾਈ ਹੈ, ਡੀਐਮਸੀ ਤੋਂ ਲਿਖੀ ਹੋਈ ਦਵਾਈਆਂ ਨੇ, ਉਹ ਦਵਾਈਆਂ ਇੱਥੇ स्टॉल से नहीं अवेलेबल हो सकती हैं क्योंकि उन्होंने प्रॉब्लम है। वो दवाइयां करके कुछ लोग वापस भी जा रहे हैं। मेरे को कल एक बजुर्ग आए सी जलंधर तो, सो उन्होंने मैडिसिन मैं अज लैके आया, दे के भी आया, तो बहुत सारी लिस्ट सीगी। तो इदां असीं एक लिस्ट बना लैंदे हैं जिवें फिरोजपुर तो ने, पटियाले तो ने, ये मैडिसिन वो ने ਜਿਹੜੀਆਂ ਆਮ ਕੈਂਪਾਂ 'ਚ ਨਹੀਂ ਮਿਲ ਪਾਉਂਦੀਆਂ ਕਿਉਂਕਿ ਉਹਨਾਂ ਲਈ ਪ੍ਰਸਕ੍ਰਿਪਸ਼ਨ ਵੀ ਰਿਕੁਆਇਰਡ ਹੁੰਦੀ ਹੈ। ਤਾਂ ਅਸੀਂ WhatsApp ਤੇ ਪ੍ਰਸਕ੍ਰਿਪਸ਼ਨ ਵੀ ਮੰਗਵਾ ਲੈਂਦੇ ਹਾਂ। ਦੱਸੋ ਅਸੀਂ ਇਦਾਂ ਦੇ ਤਕਰੀਬਨ 100 ਦੇ ਕਰੀਬ ਪੋਸਟਰ ਸਾਰੀਆਂ ਟਰਾਲੀਆਂ ਤੇ ਲਾਏ ਹੋਏ ਆ ਵੀ ਕਿਸੇ ਨੂੰ ਕੋਈ ਪਰੇਸ਼ਾਨੀ। ਹਾਂਜੀ, ਦਿੱਲੀ ਕਿਸਾਨ ਮੋਰਚੇ ਤੇ ਡਟੇ ਕਿਸਾਨ ਭਰਾਵਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕਿਸੇ ਹੋਰ ਬਿਮਾਰੀ ਦੀ ਚੱਲ ਰਹੀ ਦਵਾਈ ਜੇ ਨਾ ਮਿਲ ਰਹੀ ਹੋਵੇ ਤਾਂ ਸੰਪਰਕ ਕਰੋ। ਬਲੱਡ ਸ਼ੂਗਰ ਜਾਂ ਕੋਈ ਹੋਰ ਜ਼ਰੂਰੀ ਟੈਸਟ ਕਰਵਾਉਣ ਲਈ ਸੰਪਰਕ ਕਰੋ। ਅਵਤਾਰ ਸਿੰਘ ਬੈਨੀਪਾਲ, ਡੇਰਾਬੱਸੀ। ਆ ਮੇਰੀ ਬੇਨਤੀ ਸਾਡੇ ਕੈਮਰਾਮੈਨ ਸਾਥੀ ਨੂੰ ਵੀ ਇਹਨਾਂ ਦੀ ਦਵਾਈਆਂ ਦੀ ਜਿਹੜੀ ਆ ਢੇਰੀ ਕਹਿ ਲਈਏ ਜਾਂ ਦਵਾਈਆਂ ਦੀ ਮੰਜੀ ਹੈ ਜਿਹੜੀ ਉਹ ਵੀ ਦਿਖਾ ਦਿਓ। ਤੇ ਬਾਈ ਤੁਸੀਂ ਬਲੱਡ ਪ੍ਰੈਸ਼ਰ ਵੀ ਚੈੱਕ ਕਰਦੇ ਹੋ? ਬੀਪੀ ਚੈੱਕ ਕਰਦੇ ਆ। ਸਭ ਤੋਂ ਗੱਲ ਅਸੀਂ ਬਲੱਡ ਸ਼ੂਗਰ ਟੈਸਟ ਕਰ ਰਹੇ ਆ। ਤਕਰੀਬਨ ਪਰਸੋਂ ਚੈੱਕ ਕੀਤੀ ਸੀਗੀ ਅਸੀਂ ਟਰਾਲੀਆਂ ਤੇ ਜਾ ਕੇ। ਕੁਝ ਬਜ਼ੁਰਗ ਐਵੇਂ ਦੇ ਨੇ ਜੋ ਨਹੀਂ ਆ ਸਕਦੇ, ਉੱਥੇ ਹੀ ਬੈਠੇ ਨੇ, ਗੋਡਿਆਂ ਦੇ ਪੇਨ ਆ ਉਹਨਾਂ ਨੂੰ। ਸੋ ਅਸੀਂ ਉੱਥੇ ਜਾ ਕੇ ਤਕਰੀਬਨ ਮੈਂ ਕਹਿੰਦਾ 150 ਪਲੱਸ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਸ਼ੂਗਰ ਹਾਈ ਸੀਗੀ। ਤੇ ਫਿਰ ਦਵਾਈ ਬੂਟੀ ਦਾ ਪ੍ਰਬੰਧ ਆਰਥਿਕ ਤੌਰ ਦੇ ਉੱਤੇ ਕਰਦਾ ਕੌਣ ਆ? ਪੈਸਾ ਟਕਾ ਕਿੱਥੋਂ ਆਉਂਦਾ? ਆਪਣੇ ਵੱਲੋਂ ਸਾਰਾ ਕੁਝ ਆਪਣੇ ਵੱਲੋਂ, ਕੋਈ ਦਾਨੀ ਸੱਜਣ ਨਹੀਂ ਆ? ਦੇਖੋ ਇਹਨਾਂ ਚੀਜ਼ਾਂ ਲਈ ਲੋੜ ਤਾਂ ਪੈਂਦੀ ਹੈ, ਪਰ ਚਲੋ ਜਿਨ੍ਹਾਂ ਨੇ ਪ੍ਰਮਾਤਮਾ ਬਖਸ਼ਿਆ ਹੈ, ਕਿੰਨੇ ਜੋਗੇ ਹੈਗੇ ਉਹਨਾਂ ਤਾਂ ਚਲਾ ਰਹੇ ਆ। ਜਿਹੜੇ ਤੁਹਾਡੀ ਫਾਊਂਡੇਸ਼ਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਇਸ ਫਾਊਂਡੇਸ਼ਨ ਦੇ ਕੋਲ ਕਿੰਨੇ ਮੈਂਬਰ ਨੇ ਜਿਹੜੇ ਇੱਥੇ ਇਸ ਵੇਲੇ ਸਰਗਰਮ ਹੋ ਕੇ ਤੇ ਸਾਰੀ ਸੇਵਾ ਨਿਭਾ ਰਹੇ ਨੇ? ਤਕਰੀਬਨ ਸਾਡੀ 3 ਤੋਂ 4 ਮੈਂਬਰ ਦੀ ਟੀਮ ਹੈਗੀ। ਮੈਂ ਡਾਇਰੈਕਟਰ ਹਾਂ ਇਸ ਫਾਊਂਡੇਸ਼ਨ 'ਚ। ਸਾਡੇ ਵੈਸੇ ਵੀ ਪੰਜਾਬ 'ਚ ਅਗਰ ਗੱਲ ਕਰਾਂ ਤਾਂ 15 ਸ਼ਹਿਰਾਂ 'ਚ ਚੈਰੀਟੇਬਲ ਲੈਬ ਦੇ ਉਪਰਾਲੇ ਚੱਲਦੇ ਨੇ। 15 ਦੇ 15 ਸੈਂਟਰ ਗੁਰਦੁਆਰਾ ਸਾਹਿਬ ਨੇ, ਡੇਰਾਬੱਸੀ ਤੋਂ ਲੈ ਕੇ ਗੜ੍ਹ ਸ਼ੰਕਰ ਵਾਂਗਿਆ ਨਵਾਂ ਸ਼ਹਿਰ ਤੱਕ। ਸੋ ਉੱਥੇ ਵੀ ਬੜੀ ਸੇਵਾ ਕਰੀਦੀ ਹੈ। ਜੋ ਉੱਥੇ ਵੀ ਪੂਰ ਪੀਪਲ ਆਨੇ ਉਹਨਾਂ ਦੇ ਟੈਸਟ ਫ੍ਰੀ ਕੀਤੇ ਜਾਂਦੇ ਆ। ਇੱਥੇ ਵੀ ਅਸੀਂ ਇੱਕ ਨੇੜੇ ਹੀ ਲਾਈਫ ਕੇਅਰ ਲੈਬ ਹੈਗੀ ਆ, ਅਸੀਂ ਉਹਦੇ ਨਾਲ ਕੰਟਰੈਕਟ ਕੀਤਾ ਵੀ ਸਾਡੇ ਕੋਲ ਅਗਰ ਕੋਈ ਪੇਸ਼ੈਂਟ ਫੀਵਰ 'ਚ ਐਮਰਜੈਂਸੀ ਵਾਲਾ ਆਂਦਾ ਹੈ ਕਿ ਸਾਨੂੰ ਕੋਈ ਟੈਸਟ ਕਰਨਾ ਪੈਂਦਾ ਹੈ ਤਾਂ ਅਸੀਂ ਤੁਹਾਡੇ ਕੋਲ ਕਰਾ ਕੇ ਲੈ ਕੇ ਜਾਵਾਂਗੇ। ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪੇ ਕਰ ਦਿਓ, ਅਸੀਂ ਕਰ ਦਾਂਗੇ। ਵਾਹ, ਤੇ ਮੇਰਾ ਵੀ ਬਲੱਡ ਪ੍ਰੈਸ਼ਰ ਚੈੱਕ ਕਰੋ ਹੁਣ। ਇਹ ਤੁਸੀਂ ਮੈਨੂੰ ਫੜਾ ਦਿਓ ਮਾਈਕ। ਇਹਦੇ ਲਈ ਵੀ ਅਸੀਂ ਇੱਕ ਹੋਰ ਕੀਤਾ ਹੈ। ਹੁਣ ਕੀ ਹੁੰਦਾ ਹੈ, ਸੈਂਟਰ 'ਚ ਆ ਕੇ ਜਦੋਂ ਅਸੀਂ ਡਿਜੀਟਲ ਬੀਪੀ ਚੈੱਕ ਕਰਦੇ ਹਾਂ, ਇਹਦੇ ਤੌਰ ਤੇ ਅਸੀਂ ਕਿਸੇ ਨੂੰ ਮੈਡੀਸਿਨ ਨਹੀਂ ਐਡਵਾਈਸ ਕਰ ਸਕਦੇ ਕਿਉਂਕਿ ਮੈਡੀਸਿਨ ਨੁਕਸਾਨ ਨਾ ਕਰੇ ਕਿਸੇ ਨੂੰ। ਤਾਂ ਅਸੀਂ ਅਪਰੈਟਸ ਵੀ 2 ਰੱਖੇ, ਉਹਨੂੰ ਮੈਨੂਅਲ ਵੀ ਚੈੱਕ ਕੀਤਾ ਜਾਏ ਤਾਂ ਜੋ ਅਗਰ ਕਿਸੇ ਦਾ ਬੀਪੀ ਹਾਈ ਹੈ ਤਾਂ ਉਹਨੂੰ ਡਾਕਟਰ ਦੀ ਐਡਵਾਈਸ ਲੈ ਕੇ, ਡਾਕਟਰ ਦਲੇਰ ਸਿੰਘ ਮੁਲਤਾਨੀ ਆਪਣਾ ਲਾਲੂ ਤੋਂ ਨੇ ਸਾਡੇ ਨਾਲ ਅਟੈਚ, ਕੋਈ ਵੀ ਪੇਸ਼ੈਂਟ ਅਗਰ ਕਿਸੇ ਦੀ ਸ਼ੂਗਰ ਹਾਈ ਹੈ, ਕਿਸੇ ਕੋਈ ਮੈਡੀਸਿਨ ਨਹੀਂ ਚੱਲ ਰਹੀ ਹੈ ਜਾਂ ਬੀਪੀ ਹਾਈ ਹੈ ਤਾਂ ਅਸੀਂ ਆਨਲਾਈਨ ਉਹਨਾਂ ਨਾਲ ਕੰਸਲਟ ਕਰਕੇ ਪੇਸ਼ੈਂਟ ਦੀ ਹਿਸਟਰੀ ਦੇ ਕੇ ਸੋ ਮੈਡੀਸਿਨ ਪ੍ਰਸਕ੍ਰਾਈਬ ਕਰਵਾਉਂਦੇ ਹਾਂ ਜੀ। ਸੋ ਹੁਣ ਵੇਖਦੇ ਹਾਂ ਵੀ ਟਾਣਾ ਸਾਹਿਬ ਦਾ ਕੀ ਰਿਜ਼ਲਟ ਆਉਂਦਾ ਬਲੱਡ ਪ੍ਰੈਸ਼ਰ ਦਾ। ਮੇਰਾ ਤਾਂ ਠੀਕ ਹੀ ਆਉਣਾ ਵੀ ਚਾਹੀਦਾ ਹੈ। ਟਾਣਾ ਸਾਹਿਬ ਨੂੰ ਕੈਮਰਾ ਰੱਖਿਓ ਜੀ। ਹਾਂ, ਟਾਣਾ ਸਾਹਿਬ ਕੈਮਰਾ ਆਣਗੇ ਤਾਂ ਸਾਰੇ ਮੀਡੀਆ ਕੈਮਰਾ ਹੀ। ਬਿਲਕੁਲ ਜੀ ਨਾਰਮਲ ਹੈ ਤੁਹਾਡਾ। ਚਲੋ ਮਿਹਰਬਾਨੀ ਜੀ। ਥੋੜਾ ਬਹੁਤ ਪ੍ਰੈਸ਼ਰ ਹੈਗਾ ਗਰਮੀ ਕਰਕੇ। ਕਈ ਵਾਰ ਕੀ ਹੁੰਦਾ ਹੈ
ਕੋਈ ਵਧੀਆ ਸਪੀਚ ਅਸੀਂ ਚੰਗੀ ਜਨੂਨੀ ਸਪੀਚ ਸੁਣ ਲੈਂਦੇ ਥੋੜਾ ਖੂਨ ਵੀ ਖੋਲ ਜਾਂਦਾ ਫਿਰ ਤਾਂ ਉਹਦਾ ਵੀ ਥੋੜਾ ਜਿਹਾ ਇੱਕ ਟੈਣਾ ਸਾਹਿਬ ਤੁਰਦੇ ਬਹੁਤ ਕਾਲੇ ਨੇ, ਉਹਦੇ ਕਰਕੇ ਵੀ ਹੋ ਸਕਦਾ ਵੀ ਕਿਤੇ ਥੋੜਾ ਬਹੁਤ ਤਾਂਠਾ ਹੋ ਗਿਆ ਹੋਵੇ। ਬਿਲਕੁਲ ਜੀ। ਹਰਮਨ ਜੀ ਇੱਥੇ ਨਾ ਵੱਖੋ ਵੱਖਰੇ ਰੰਗ ਆ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਮੈਂ ਕਿਤਾਬਾਂ ਦੇ ਲੰਗਰ ਦੀ ਗੱਲ ਕੀਤੀ ਸੀ। ਕਈ ਵਾਰ ਇੱਥੇ ਸੰਗਤ ਇੰਨੀ ਆ, ਭੀੜ ਇੰਨੀ ਆ ਵੀ ਉਹ ਜਿਹੜੀ ਕਿਤਾਬ ਘਰ ਆ ਜਿਹੜਾ ਬਣਾਇਆ ਹੁੰਦਾ ਉਹਨੂੰ ਅੱਗੇ ਪਿੱਛੇ ਵੀ ਕਰਨਾ ਪੈਂਦਾ। ਆ ਜਿਹੜੇ ਨੌਜਵਾਨ ਨੇ, ਇਹ ਇਪਟਾ ਦੇ ਨੌਜਵਾਨ ਨੇ ਜਾਂ ਕੁਝ ਹੋਰ ਜਿਹੜੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਨੇ, ਇਹਨਾਂ ਨੇ ਕਿਤਾਬਾਂ ਦਾ ਲੰਗਰ ਲਾਇਆ ਹੋਇਆ। ਪਰ ਇਹ ਕਿਤਾਬਾਂ ਇਉਂ ਨਹੀਂ ਵੀ ਆਪਾਂ ਲੈ ਜਾਾਂਗੇ, ਇਹਨਾਂ ਨੇ ਇੱਥੇ ਕਿਤਾਬਾਂ ਰੱਖੀਆਂ ਹੋਈਆਂ ਜਿਹੜੀਆਂ ਦੁਨੀਆ ਭਰ ਦੇ ਲੋਕਾਂ ਦੇ ਵੱਲੋਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਜਿਹੜੀਆਂ ਕਿਤਾਬਾਂ ਉਹ ਆ। ਤੇ ਇਧਰਲੇ ਪਾਸੇ ਇਹਨਾਂ ਨੇ ਪਰਾਲੀ ਦੇ ਨਾ ਸਟੂਲ, ਆਪਾਂ ਬੈਂਚ ਕਹਿ ਦਈਏ ਜਾਂ ਕਹਿ ਦਈਏ ਮੰਜੇ ਬੈਠ ਕੇ ਪੜ੍ਹਨ ਦੇ ਲਈ, ਇਹ ਉਹੀ ਪਰਾਲੀ ਹੈ ਜਿਹਦੇ ਬਾਰੇ ਕਹਿੰਦੇ ਵੀ ਪੰਜਾਬ ਚ ਉੱਠਦਾ ਧੂਆਂ ਤੰਗ ਕਰਦਾ ਦਿੱਲੀ ਨੂੰ। ਇੱਥੇ ਬੈਠ ਕੇ ਕਿਤਾਬਾਂ ਪੜ੍ਹਨ ਦੇ ਲਈ ਹੈ ਇਹ। ਜੀ ਬਿਲਕੁਲ। ਤੇ ਕਿਤਾਬ ਦਾ ਜਿਹੜਾ ਉਹ ਹਥਿਆਰ ਆ ਉਹ ਸਭ ਤੋਂ ਵੱਧ ਕਮਾਲ ਦਾ, ਸਭ ਤੋਂ ਵੱਧ ਤਾਕਤਵਰ ਹੁੰਦਾ। ਤੇ ਆਪਾਂ ਗੱਲਬਾਤ ਇਹਨਾਂ ਮੁੰਡਿਆਂ ਦੇ ਨਾਲ ਕਰਨੀ। ਬਿਲਕੁਲ ਜੀ। ਹੋਰ ਬਾਈ ਜੀ ਠੀਕ ਠਾਕ ਹੋ ਜੀ? ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਤੁਸੀਂ ਲਗਾਤਾਰ ਰਿਪੋਰਟਿੰਗ ਕਰ ਰਹੇ ਹੋ, ਜ਼ੀਰੋ ਗਰਾਊਂਡ ਤੇ ਖੜੇ ਹੋ ਕੇ ਤੁਹਾਡਾ ਵੀ ਸ਼ੁਕਰੀਆ ਜੀ। ਨਹੀਂ, ਬਹੁਤ ਮਿਹਰਬਾਨੀ। ਇਹ ਤੁਹਾਨੂੰ ਕਿਤਾਬਾਂ ਦਾ ਫੁਰਨਾ ਕਿਵੇਂ ਫੁਰਿਆ? ਇੱਥੇ ਰੋਟੀ ਪਾਣੀ ਦੇ ਲੰਗਰ ਚੱਲਦੇ ਆ, ਦੁੱਧ ਦੇ ਚੱਲ ਰਹੇ ਆ, ਇੱਥੇ ਛਬੀਲਾਂ ਲੱਗੀਆਂ ਹੋਈਆਂ, ਇੱਥੇ ਬਦਾਮ ਚੱਲ ਰਹੇ ਆ, ਇੱਥੇ ਪਿੰਨੀਆਂ ਚੱਲ ਰਹੀਆਂ। ਤੁਸੀਂ ਕਿਤਾਬਾਂ ਦਾ ਕਿਵੇਂ ਤੁਹਾਨੂੰ ਫੁਰਨਾ ਫੁਰਿਆ ਜੀ? ਅਸੀਂ ਸਾਰੇ ਜਾਣੇ ਆਪੋ ਆਪਣੀਆਂ ਪਿੰਡਾਂ ਦੀਆਂ ਟਰਾਲੀਆਂ 'ਚ ਚੜ ਕੇ ਇੱਥੇ ਆਏ। ਕਿਤਾਬਾਂ ਸਾਡੇ ਝੋਲਿਆਂ 'ਚ ਹੁੰਦੀਆਂ ਹਰ ਵੇਲੇ। ਇੱਥੇ ਆ ਕੇ ਜਦੋਂ 2 ਦਿਨ ਬੈਠੇ, ਲਗਾਤਾਰ ਲੜਾਈ ਚੱਲ ਰਹੀ ਆ ਪੂਰੇ ਦੇਸ਼ ਦੇ ਵਿੱਚ। ਬੀਜੇਪੀ ਦੇ ਆਈਟੀ ਸੈੱਲ ਨੇ ਇੱਕ ਪ੍ਰੋਪੇਗੈਂਡਾ ਸ਼ੁਰੂ ਕੀਤਾ ਕਿ ਲੋਕ ਪਤਾ ਨਹੀਂ ਇੱਥੇ ਕਿਉਂ ਆ ਗਏ ਤੇ ਕਿਤੇ ਬਿਨਾਂ ਪੜ੍ਹੇ ਲਿਖੇ ਦੇ ਲੋਕ ਆ ਜਿਹੜੇ ਤੁਰੇ ਫਿਰਦੇ ਆ। ਉਸ ਨੈਰੇਟਿਵ ਨੂੰ ਸੈੱਟ ਕਰਨ ਵਾਸਤੇ ਕਿ ਲੋਕਾਂ ਦੇ ਝੋਲਿਆਂ 'ਚ ਕਿਤਾਬਾਂ ਵੀ ਆ ਤੇ ਉਹ ਰਚਨਾ ਵੀ ਆ ਜਿਹੜੀ ਸਵੇਰੇ ਸ਼ਾਮ ਇਹ ਪਾਠ ਕਰਦੇ ਆ, ਲੋਕ ਗਿਆਨ ਲੈ ਕੇ ਅੱਗੇ ਵਧਦੇ ਆ। ਤੇ ਇਸ ਮੂਵਮੈਂਟ ਦਾ ਇੱਕ ਵਿਜ਼ਨ ਆ, ਉਹ ਵਿਜ਼ਨ ਦੇ ਵਿੱਚ ਬਾਬਾ ਨਾਨਕ ਵੀ ਆ, ਉਸ ਵਿਜ਼ਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੀ ਆ, ਭਗਤ ਸਿੰਘ ਵੀ ਆ, ਕਰਤਾਰ ਸਿੰਘ ਸਰਾਭਾ ਵੀ ਆ। ਉਸੇ ਕਰਕੇ ਅਸੀਂ ਗਦਰੀ ਗੁਲਾਬ ਕੌਰ ਨੂੰ ਵੀ ਚੇਤੇ ਕਰਦੇ, ਬਾਬਾ ਸੋਹਣ ਸਿੰਘ ਭਕਨਾ ਨੂੰ ਵੀ ਚੇਤੇ ਕਰਦੇ ਆ ਕਿ ਸਾਰੇ ਦੇ ਸਾਰੇ ਕਿਰਤਾਂ ਦੀ ਰਾਖੀ ਕਰਨ ਵਾਲੇ ਲੋਕ ਆ। ਉਹਨਾਂ ਦੇ ਧੀਆਂ ਪੁੱਤ ਵੀ ਪੜ੍ਹੇ ਲਿਖੇ ਆ ਤੇ ਉਹ ਆਪ ਵੀ ਪੜ੍ਹੇ ਲਿਖੇ, ਉਹ ਸਿੰਬੋਲਿਕ ਤੌਰ ਤੇ ਅਸੀਂ ਰਿਪਰੈਜ਼ੈਂਟ ਕਰਨ ਦੇ ਲਈ ਇੱਕ ਲਾਇਬ੍ਰੇਰੀ ਸੈਟ। ਬਾਈ ਜੀ ਇੱਕ ਮੇਰੀ ਜਾਣਕਾਰੀ 'ਚ ਵਾਧਾ ਕਰਿਓ ਵੀ ਜਦੋਂ ਅਸੀਂ ਪ੍ਰਸ਼ਾਦੇ ਪਾਣੀ ਵੱਲ ਦੇਖਦੇ ਆ ਉੱਥੇ ਬਹੁਤ ਸਾਰੀ ਸੰਗਤ ਆ, ਤੁਹਾਡੇ ਕੋਲੇ ਉਨੇ ਕੁ ਸਾਥੀ ਆ ਜਿੰਨੇ ਕੁ ਤੁਸੀਂ ਆਪ ਆਏ ਹੋਗੇ ਟਰਾਲੀਆਂ 'ਚ। ਸੱਚ ਦੱਸਿਓ ਵੀ ਕਿੰਨੇ ਕੁ ਪੰਜਾਬੀ ਜਾਂ ਕਿੰਨੇ ਕੁ ਜਿਹੜੇ ਹੋਰ ਲੋਕ ਆ ਉਹ ਇੱਥੇ ਬਹਿ ਕੇ ਕਿਤਾਬਾਂ ਪੜ੍ਹਨ ਦੇ ਲਈ ਆਉਂਦੇ ਆ? 5 ਜਣੇ ਦਿਨ ਦੇ, 50 ਜਣੇ ਦਿਨ ਦੇ, 500 ਜਣੇ ਦਿਨ ਦੇ, ਕਿੰਨੇ ਕੁ ਲੋਕ ਪੜ੍ਹਨ ਆਉਂਦੇ ਆ? ਹੁਣ ਤੱਕ ਕੁੱਲ ਕਿੰਨੇ ਕੁ ਜਿਹੜੇ ਲੋਕ ਹੁਣ ਤੱਕ ਅਸੀਂ 2 ਤਰੀਕ ਦੀ ਸ਼ਾਮ ਨੂੰ ਇਹ ਸੈੱਟ ਕੀਤੀ ਲਾਇਬ੍ਰੇਰੀ। ਜਿਹੜਾ ਵੀ ਬੰਦੇ ਦੀ ਨਜ਼ਰ ਇਸ ਲਾਇਬ੍ਰੇਰੀ ਤੇ ਪੈਂਦੀ ਆ ਤੇ ਉਹ ਬੰਦਾ ਇੱਕ ਵਾਰੀ ਪੈਰ ਇਧਰ ਨੂੰ ਜ਼ਰੂਰ ਕਰਦਾ, ਉਹ ਇੱਥੇ ਆਉਂਦੇ ਆ। ਪਰ ਵੱਡੀ ਗੱਲ ਇਹ ਆ, ਸਾਰੇ ਜਣੇ ਚਾਹੁੰਦੇ ਆ ਕਿ ਅਸੀਂ ਇਹ ਕਿਤਾਬ ਲੈ ਜਾਈਏ ਤੇ ਟਰਾਲੀ 'ਚ ਬਹਿ ਕੇ ਪੜ੍ਹ ਲਈਏ। ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਸਾਡੇ ਕੋਲੇ ਇੰਨੀਆਂ ਹੀ ਕਿਤਾਬਾਂ, ਅਸੀਂ ਚਾਹੁੰਦੇ ਆ ਤੁਸੀਂ ਇੱਥੇ ਬੈਠੋ ਤੇ ਆ ਕੇ ਪੜ੍ਹੋ। ਇੱਥੇ ਬੈਠ ਕੇ ਪੜ੍ਹਨ ਵਾਲਿਆਂ ਦੀ ਗਿਣਤੀ ਕਿੰਨੀ ਕਾ ਇੱਕ ਦਿਨ ਦੇ ਵਿੱਚ? ਰੋਜ਼ਾਨਾ ਜੇ ਅਸੀਂ ਕਹੀਏ ਤਾਂ ਮਤਲਬ 15 ਤੋਂ 20 ਬੰਦੇ ਉਹ ਆ ਜਿਹੜੇ ਵਾਰ-ਵਾਰ ਸਿਟਿੰਗ 'ਚ ਆ ਕੇ ਬੈਠਦੇ। ਨੇੜੇ ਦੀ ਇੱਕ ਟਰਾਲੀ 'ਚ ਇੱਕ ਬਜ਼ੁਰਗ ਹੋਣਗੇ, ਉਹਨਾਂ ਨੇ ਆ ਕਿਤਾਬ ਆ ਕੇ ਇੱਥੇ ਚੱਕੀ ਤੇ ਉਹ ਪੜ੍ਹਨ ਬੈਠੇ। ਕਿਤਾਬ ਇੱਕੋ ਵਾਰੀ 'ਚ ਪੂਰੀ ਨਹੀਂ ਕੀਤੀ ਜਾ ਸਕਦੀ। ਸਾਨੂੰ ਖੁਸ਼ੀ ਹੋਈ, ਉਹ 2 ਦਿਨ ਲਗਾਤਾਰ ਸਵੇਰੇ ਸ਼ਾਮ ਘੰਟਾ ਪੌਣਾ ਘੰਟਾ ਆ ਕੇ ਬੈਠ ਕੇ ਪੜ੍ਹਦੇ ਰਹੇ। ਬੜੇ ਲੋਕ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਆ ਵੀ ਹਾਂ ਅਸੀਂ ਇਹ ਕਿਤਾਬਾਂ ਲਵਾਂਗੇ। ਅਸੀਂ ਅਪੀਲ ਕੀਤੀ ਪੰਜਾਬ ਦੇ ਬੁੱਕ ਸਟਾਲ ਲਾਉਣ ਵਾਲੇ ਜਿੰਨੇ ਵੀ ਪ੍ਰੋਗਰੈਸਿਵ ਬੰਦੇ ਆ ਵੀ ਉਹ ਵੀ ਆਉਣ ਇਸ ਮੇਲੇ ਦੇ ਵਿੱਚ। ਕਿੰਨੀ ਕੁ ਉਮਰ ਵਰਗ ਦੇ ਲੋਕ ਸਭ ਤੋਂ ਵੱਧ ਹੁਣ ਤੱਕ ਤੁਹਾਡੇ ਕੋਲ ਇੱਥੇ ਕਿਤਾਬਾਂ ਪੜ੍ਹਨ ਦੇ ਲਈ ਆਏ? ਤਾਂ ਜੋ ਪਤਾ ਲੱਗ ਜੇ ਵੀ ਪੰਜਾਬੀਆਂ ਦੇ ਵਿੱਚ ਪੜ੍ਹਨ ਦਾ, ਸਿੱਖਣ ਦਾ ਤੇ ਪਾਠਕ ਹੋਣ ਦਾ ਕਿਹੋ ਜਿਹਾ ਜਜ਼ਬਾ। ਇਹਦੇ ਚ ਨੌਜਵਾਨ ਜਿਹੜੇ ਯੂਨੀਵਰਸਿਟੀਆਂ ਚ ਪੜ੍ਹਦੇ ਆ ਉਹ ਵੀ ਆਉਂਦੇ ਆ ਇੱਥੇ ਆ ਕੇ ਗੱਲਾਂ। ਬਹੁਤੇ ਲੋਕਾਂ ਨੇ ਮਾਂ ਨਾਵਲਾ ਜਾਂ ਬਾਬਾ ਸੋਹਣ ਸਿੰਘ ਭਗਨਾਈ ਜੀ ਉਨੀ ਲੋਕਾਂ ਨੇ ਪੜ੍ਹੀ ਆ, ਉਹ ਦੂਜਿਆਂ ਨੂੰ ਲੈ ਕੇ ਆਉਂਦੇ ਆ, ਆਓ ਯਾਰਾ ਕਿਤਾਬਾਂ ਵੇਖੀਏ। ਅਸੀਂ ਉਹਨਾਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਇੱਥੇ, ਸ਼ਾਇਦ ਜਿਨ੍ਹਾਂ ਨੇ ਮਤਲਬ ਅੱਖਰ ਗਿਆਨ ਹਾਸਲ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਉਹ ਸਾਨੂੰ ਆ ਕੇ ਇਹ ਵੀ ਕਹਿ ਦਿੰਦੇ ਆ ਬਜ਼ੁਰਗ ਵੀ, ਪੁੱਤ ਸਾਨੂੰ ਦੱਸੋ ਵੀ ਇਹਨਾਂ ਕਿਤਾਬਾਂ 'ਚ ਕੀ ਲਿਖਿਆ। ਅਸੀਂ ਉਹ ਵੀ ਗੱਲਾਂ ਉਹਨਾਂ ਨਾਲ ਕਰਦੇ ਆ। ਫਿਰ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਤੇ ਅਸੀਂ ਇਸੇ ਜਗ੍ਹਾ ਤੇ ਨਾਟਕ ਕੀਤਾ ਤੇ ਉਹਨਾਂ ਦੀਆਂ ਕੋਟੇਸ਼ਨਾਂ ਦੀ ਇੱਕ ਪ੍ਰਦਰਸ਼ਨੀ ਲੈ ਕੇ ਲਾਈ। ਬੜੇ ਲੋਕ ਉਹ ਆਏ ਜਿਨ੍ਹਾਂ ਨੇ ਕਿਹਾ ਪੁੱਤ ਸਾਨੂੰ ਪੜ੍ਹ ਕੇ ਸੁਣਾਓ ਕੀ ਲਿਖਿਆ, ਤੇ ਲੋਕ ਖੁਸ਼ ਹੋ ਕੇ ਉਹ ਗੱਲ ਸੁਣਦੇ ਆ। ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਕੀ ਕੋਈ ਬਾਬਾ, ਕੋਈ ਬੇਬੇ ਇਹੋ ਜਿਹੇ ਵੀ ਆਏ ਤੁਹਾਡੇ ਕੋਲ ਜਿਹਨੇ ਕਿਹਾ ਹੋਵੇ ਵੀ ਮੈਂ ਇੱਥੇ ਬੈਠੀ ਆ, ਮੈਨੂੰ ਕਿਤਾਬ ਪੜ੍ਹ ਕੇ ਸੁਣਾਓ ਕਿ ਇਹ ਸਾਰੀ ਕਿਤਾਬ ਮੈਂ ਜਾਣਨਾ ਚਾਹੁੰਦੀ ਇਹਦੇ ਵਿੱਚ ਕੀ ਲਿਖਿਆ ਹੋਇਆ? ਮਤਲਬ ਕਿਉਂਕਿ ਰੁਝੇਵਾਂ ਇਹੋ ਜਿਹਾ, ਲੋਕ ਸਟੇਜ ਤੇ ਵੀ ਸੁਣਨਾ ਚਾਹੁੰਦੇ, ਸਾਰੇ ਕਿਤੇ ਮਾਹੌਲ ਦੇਖਣਾ ਚਾਹੁੰਦੇ ਆ। ਲੋਕ ਚਾਹੁੰਦੇ ਹਰ ਥਾਂ ਹਾਜ਼ਰੀ ਲੱਗੇ। ਪਰ ਜਿਹੜੇ ਬਜ਼ੁਰਗ ਆਪ ਪੜ੍ਹ ਸਕਦੇ ਆ ਜਾਂ ਨੌਜਵਾਨ ਪੜ੍ਹ ਸਕਦੇ ਉਹ ਆਉਂਦੇ ਆ। ਪਰ ਜਿਨ੍ਹਾਂ ਨੇ ਕੁਝ ਸਮਾਂ ਰੁਕ ਕੇ, ਮਤਲਬ ਕਿਤਾਬ ਦੇ ਵਿੱਚ ਹੈ ਕਿ ਜਾਂ ਪਤਾ ਮੇਰਾ ਫੋਨ ਨੰਬਰ ਲੈ ਲਓ ਤੇ ਮੇਰੇ ਘਰ ਦੇ ਐਡਰੈਸ ਤੇ ਇਹਦੀ ਫੋਟੋ ਭੇਜ ਦਿਓ, ਕਿਉਂਕਿ ਹਰੇਕ ਤਾਂ WhatsApp ਚਲਾਉਂਦਾ ਨਹੀਂ। ਹਰ ਤਰ੍ਹਾਂ ਦੇ ਲੋਕ ਇਹ ਗਿਆਨ ਦੇ ਨਾਲ ਜਿਨ੍ਹਾਂ ਦਾ ਡੂੰਘਾ ਰਿਸ਼ਤਾ, ਉਹ ਪਿਆਰ ਦਿਖਾ ਰਹੇ। ਤੁਸੀਂ ਉਹ ਲਿਖਿਆ ਹੈਗਾ ਆਪਣੇ ਟਰੈਕਟਰ ਦੇ ਉੱਤੇ ਕਿ ਗੋਦੀ ਮੀਡੀਆ ਇਜ਼ ਨਾਟ ਅਲਾਉਡ ਹੇਅਰ, ਵੀ ਇੱਥੇ ਸਖਤ ਮਨਾ। ਤੇ ਕੀ ਇੰਨੇ ਤੁਹਾਡੇ ਵਿਚਾਰ ਆ ਵੀ ਇੰਨੇ ਕਿਉਂ ਤੁਹਾਡੀ ਮਾਨਸਿਕ ਤੌਰ ਦੇ ਉੱਤੇ ਇੰਨੀ ਦੂਰੀ ਕਾਹਤੋਂ ਬਣ ਗਈ ਆ? ਕੀ ਉਹ ਸੱਚ ਦੇ ਨਾਲ ਨਹੀਂ ਖੜੇ ਇਸ ਕਰਕੇ ਜਾਂ ਕੋਈ ਹੋਰ ਨਿੱਜੀ ਕਾਰਨ?
ਦੇਖੋ ਆਪਾਂ ਸਮਝਦੇ ਆ ਮੀਡੀਆ ਜਿਹੜਾ ਇਸ ਦੇਸ਼ ਦੀ ਡੈਮੋਕ੍ਰੇਸੀ ਦਾ ਚੌਥਾ ਥੰਮ ਆ ਤੇ ਜੇ ਉਹ ਥੰਮ ਮਤਲਬ ਇੱਕ ਪੱਖ ਪੂਰਨ ਦੇ ਖਾਤਰ ਕਰੋੜਾਂ ਲੋਕਾਂ ਨਾਲ ਧਰੋ ਕਰੇ ਤੇ ਫਿਰ ਸਾਨੂੰ ਕਹਿਣਾ ਪਊ ਅਸੀਂ ਕੋਈ ਗਾਲ ਨਹੀਂ ਕੱਢੀ ਉਹਨਾਂ ਨੂੰ, ਅਸੀਂ ਉਹਨਾਂ ਨੂੰ ਕੋਈ ਪੁੱਠਾ ਸ਼ਬਦ ਨਹੀਂ ਵਰਤਿਆ, ਅਸੀਂ ਕਿਹਾ ਵੀ ਗੋਦੀ ਮੀਡੀਆ ਇਜ਼ ਨਾਟ ਅਲਾਉਡ ਹੇਅਰ ਤੇ ਇਸ ਟਰਾਲੀ ਤੋਂ ਪਰਾਂ ਦੀ ਹੋ ਕੇ ਲੰਘੇ, ਕਿਉਂਕਿ ਇਹ ਜਗ੍ਹਾ ਉਹਨਾਂ ਲੋਕਾਂ ਦੀ ਜਗ੍ਹਾ ਜਿਹੜੇ ਕਿਰਤਾਂ ਦੀ ਗੱਲ ਕਰਦੇ ਆ, ਜਿਹੜੇ ਜਾਣਦੇ ਆ ਕਿ ਮੋਦੀ ਜਦੋਂ ਮਿਨਿਸਟਰਾਂ ਨੂੰ ਸੱਦ ਕੇ ਭੋਜਨ ਛਕਾਉਂਦਾ ਤੇ ਉਸ ਡਾਈਨਿੰਗ ਟੇਬਲ ਤੇ ਪਿਆ ਇੱਕ ਇੱਕ ਕਿਣਕਾ ਜਿਹੜਾ ਅਨਾਜ ਦਾ ਉਹ ਇਹਨਾਂ ਲੋਕਾਂ ਦਾ ਪੈਦਾ ਕੀਤਾ, ਜਿਹੜਾ ਉਸ ਕਿਰਤ ਦੀ ਕਦਰ ਨਹੀਂ ਕਰਦਾ ਉਹਦੇ ਨਾਲ ਸਾਡਾ ਕੀ ਰਿਸ਼ਤਾ। ਸਾਡੇ ਤਾਂ ਭੈਣ ਭਰਾ ਤੁਹਾਡੇ ਵਰਗੇ ਲੋਕ ਆ ਜਿਹੜੇ ਸੱਚ ਦੀ ਗੱਲ ਆ ਲੋਕਾਂ ਤੱਕ ਲੈ ਕੇ ਜਾ। ਬਾਈ ਜੀ ਤੁਹਾਡੀ ਜਿਹੜੀ ਮੰਡਲੀ ਆ, ਤੁਹਾਡੀ ਜਿਹੜੀ ਦੋਸਤਾਂ ਦੀ ਜੁੰਡਲੀ ਆ, ਜਿਹੜਾ ਤੁਹਾਡਾ ਇੱਕ ਸਮੂਹ ਆ, ਇਹ ਬਹੁਤ ਸੋਹਣੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਵੀ ਕਰਦਾ। ਮੇਰੀ ਦਿਲੀ ਇੱਛਾ ਸਾਡੀ ਦੋਵਾਂ ਦੀ ਵੀ ਆਪਣੀ ਡਫਲੀ ਲੈ ਕੇ ਆਓ ਤੇ ਕੋਈ ਰੰਗ ਪੇਸ਼ ਕਰ ਲਿਓ ਵੀ ਤਾਂ ਜੋ ਰੰਗ ਵੱਜ ਜੇ, ਕਿਉਂਕਿ ਕਲਾਕਾਰਾਂ ਦੇ ਅਖਾੜੇ ਆਪਾਂ ਬਹੁਤ ਦੇਖਦੇ ਆ। ਮੈਂ ਚਾਹੁੰਦਾ ਵੀ ਅੱਜ ਤੁਹਾਡਾ ਇਨਕਲਾਬੀ ਅਖਾੜਾ ਵੀ ਦੇਖੀਏ। ਬਿਲਕੁਲ ਜੀ, ਉਹ ਟੱਪੇ ਆ ਤੁਹਾਡੀ ਨਜ਼ਰ ਕਰਨਗੇ। ਇਪਟਾ ਦੇ ਸਾਥੀ ਨੇ, ਲਾਈਫ ਔਨ ਸਟੇਜ ਦੇ ਸਾਥੀ ਨੇ, ਗਰੁੱਪ ਆ ਜਿਹੜੇ ਲਗਾਤਾਰ 2 ਮਹੀਨੇ ਧਰਨਿਆਂ ਦੀ ਤਿਆਰੀ ਵੀ ਪਿੰਡਾਂ 'ਚ ਕਰਦੇ ਰਹੇ ਤੇ ਇੱਥੇ ਵੀ ਮਾਪਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਟੱਪੇ ਆ ਆਪਾਂ ਜਿਹੜੇ ਉਹ ਸ਼ਾਲਾ ਮੇਰਾ ਜੀਵੇ ਡੋਲਾ, ਸ਼ਾਲਾ ਮੇਰਾ ਜੀਵੇ ਡੋਲਾ, ਮੋਢੇ ਤੇ ਪਰਨਾਏ, ਸ਼ਾਲਾ ਮੇਰਾ ਜੀਵੇ ਡੋਲਾ, ਮੋਢੇ ਤੇ ਪਰਨਾਏ, ਉਹ ਲੋਕ ਸਾਰੇ ਹੱਕ ਮੰਗਦੇ ਦਿੱਲੀ ਵਿੱਚ ਧਰਨਾਏ, ਉਹ ਲੋਕ ਸਾਰੇ ਹੱਕ ਮੰਗਦੇ ਦਿੱਲੀ ਵਿੱਚ ਧਰਨਾਏ, ਸ਼ਾਲਾ ਮੇਰਾ ਜੀਵੇ ਡੋਲਾ, ਸ਼ਾਲਾ ਮੇਰਾ ਜੀਵੇ ਡੋਲਾ, ਉੱਠੀ ਪਿੰਡਾਂ ਵਿੱਚੋਂ ਨੇਰੀ ਏ, ਸ਼ਾਲਾ ਮੇਰਾ ਜੀਵੇ ਡੋਲਾ, ਉੱਠੀ ਪਿੰਡਾਂ ਵਿੱਚੋਂ ਨੇਰੀ ਏ, ਉਹ ਜਿਹੜੇ ਕਦੇ ਸ਼ਹਿਰ ਨਹੀਂ ਗਏ ਉਹਨਾਂ ਦਿੱਲੀ ਘੇਰੀ ਏ, ਉਹ ਜਿਹੜੇ ਕਦੇ ਸ਼ਹਿਰ ਨਹੀਂ ਗਏ ਉਹਨਾਂ ਦਿੱਲੀ ਘੇਰੀ ਏ, ਸ਼ਾਲਾ ਮੇਰਾ ਜੀਵੇ ਡੋਲਾ, ਸ਼ਾਲਾ ਮੇਰਾ ਜੀਵੇ ਡੋਲਾ, ਮੋਢੇ ਤੇ ਦਾਤੀ ਏ, ਸ਼ਾਲਾ ਮੇਰਾ ਜੀਵੇ ਡੋਲਾ, ਮੋਢੇ ਤੇ ਦਾਤੀ ਏ, ਉਹ ਜਦੋਂ ਅਸੀਂ ਹੱਕ ਮੰਗੀਏ ਕਹਿੰਦੇ ਆਤੰਕਵਾਦੀ ਏ, ਉਹ ਜਦੋਂ ਅਸੀਂ ਹੱਕ ਮੰਗੀਏ ਕਹਿੰਦੇ ਆਤੰਕਵਾਦੀ ਏ, ਸ਼ਾਲਾ ਮੇਰਾ ਜੀਵੇ ਡੋਲਾ, ਸ਼ਾਲਾ ਮੇਰਾ ਜੀਵੇ ਡੋਲਾ, ਤੂੰ ਨਾ ਜਾਣੇ ਜਨੂਨਾਂ ਨੂੰ, ਸ਼ਾਲਾ ਮੇਰਾ ਜੀਵੇ ਡੋਲਾ, ਤੂੰ ਨਾ ਜਾਣੇ ਜਨੂਨਾਂ ਨੂੰ, ਓਏ ਅੱਗ ਲਾ ਕੇ ਸੇਕ ਲਵਾਂਗੇ ਤੇਰੇ ਕਾਲੇ ਕਾਨੂੰਨਾਂ ਨੂੰ, ਓਏ ਅੱਗ ਲਾ ਕੇ ਸੇਕ ਲਵਾਂਗੇ ਤੇਰੇ ਕਾਲੇ ਕਾਨੂੰਨਾਂ ਨੂੰ। ਵਾਹ, ਬਹੁਤ ਮੇਰਾ ਜੀਵੇ ਡੋਲਾ, ਬਹੁਤ ਕਮਾਲ ਬਾਈ ਜੀ, ਐਸਾ ਰੰਗ ਬੰਨਿਆ ਤੁਹਾਡੀ ਇਨਕਲਾਬੀ ਸੋਚ ਨੂੰ, ਤੁਹਾਡੀ ਕ੍ਰਾਂਤੀਕਾਰੀ ਸੋਚ ਨੂੰ ਲੱਖ ਵਾਰੀ ਸਲੂਟ ਆ। ਬਿਲਕੁਲ ਸਹੀ। ਸੋ ਹਰਮਨ ਜੀ ਹੁਣ ਨਾ ਸਾਨੂੰ ਆਗਿਆ ਨਹੀਂ ਦੇ ਰਿਹਾ ਵਕਤ ਕਿ ਅਸੀਂ ਗੱਲ ਅੱਗੇ ਵਧਾਈਏ। ਬਹੁਤ ਸਾਰੀਆਂ ਥਾਵਾਂ, ਸਾਰੀਆਂ ਕੀ ਕਹਿ ਰਹੀਆਂ ਵੀ ਜਿੱਥੇ ਅਸੀਂ ਪੈਰ ਪੁੱਟਦੇ ਆ, ਜਦੋਂ ਕਦਮ ਪੁੱਟਦੇ ਆ, ਇਨਕਲਾਬ ਦੀ ਇੱਕ ਨਵੀਂ ਗੱਲ ਸਾਹਮਣੇ ਆਉਂਦੀ ਜੀ। ਆ। ਔਰ ਇਹਨਾਂ ਨੌਜਵਾਨਾਂ ਦਾ ਜੋਸ਼ ਵੇਖ ਕੇ ਵਾਕਈ ਦਿਲ ਇੱਕ ਵਾਰ ਫਿਰ ਤੋਂ ਸਵਾਦ ਗੜੂੰਦ ਹੋ ਗਿਆ, ਸਰਸ਼ਾਰ ਹੋ ਗਿਆ ਕਿ ਐਵੇਂ ਸਾਨੂੰ ਜਿਹੜੇ ਬਦਨਾਮ ਕਰਦੇ ਸੀ ਉਹ ਵੇਖਣ ਪੰਜਾਬ ਦੀ ਨੌਜਵਾਨੀ ਆ ਖੜੀ ਹੈ। ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ, ਉਹ ਕਹਿੰਦੇ ਵੀ ਇੱਥੇ ਕੋਈ ਹਿੰਸਾ ਨਾ ਹੋ ਜੇ, ਇਹ ਐਦਾਂ ਨਾ ਹੋ ਜੇ। ਅਸੀਂ ਪਿਛਲੇ 2-3 ਦਿਨਾਂ ਤੋਂ ਇੱਥੇ ਸਾਰਾ ਕੁਝ ਦੇਖਿਆ, ਕਿਸੇ ਦੇ ਹੱਥ ਦੇ ਵਿੱਚ ਇੱਕ ਵੱਟਾ ਨਹੀਂ ਦੇਖਿਆ, ਕਿਸੇ ਦੇ ਹੱਥ 'ਚ ਸੋਟੀ ਨਹੀਂ ਦੇਖੀ, ਹਥਿਆਰ ਤਾਂ ਬਹੁਤ ਦੂਰ ਦੀ ਗੱਲ ਆ। ਇਹ ਵਿਚਾਰਧਾਰਕ ਲੜਾਈ ਆ, ਇਹ ਹਥਿਆਰ ਦੀ ਲੜਾਈ ਨਹੀਂ ਆ। ਬਿਲਕੁਲ, ਇਹਨਾਂ ਦੇ ਹੱਥਾਂ 'ਚ ਅਸੀਂ ਕਿਤਾਬਾਂ ਜ਼ਰੂਰ ਵੇਖੀਆਂ ਨੇ, ਹਥਿਆਰ ਨਹੀਂ ਵੇਖੇ। ਸੋ ਇਹ ਸ਼ਾਇਦ ਸਾਡੀਆਂ ਸਰਕਾਰਾਂ ਨੂੰ ਵੀ ਨਜ਼ਰ ਆਉਣ, ਜਿਹੜੇ ਕਹਿੰਦੇ ਨੇ ਵੀ ਇਹਨਾਂ ਨੂੰ ਪੜ੍ਹਨਾ ਲਿਖਣਾ ਚਾਹੀਦਾ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕਾਨੂੰਨ ਕੀ ਨੇ, ਇਹ ਉਹਨਾਂ ਦੀ ਭਾਸ਼ਾ ਹੈ। ਸੋ ਖੈਰ ਫਿਲਹਾਲ ਦੇ ਲਈ ਟਾਣਾ ਸਾਹਿਬ ਆਪਾਂ ਨੂੰ ਪ੍ਰੋਗਰਾਮ ਜਿਹੜਾ ਇੱਥੇ ਸਮੇਟਣਾ ਪਏਗਾ, ਜਾਣ ਦਾ ਵੇਲਾ ਹੋ ਗਿਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, 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 ਸਾਡਾ ਏਕਾ ਜ਼ਿੰਦਾਬਾਦ, 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 ਮਿੱਟੀ ਦੇ ਰਾਖੇ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਸੋ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ ਜੀ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਆ, ਜਾਣ ਦਾ ਹੋ ਗਿਆ ਵੇਲਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।